ਮੇਰੇ ਪਿਆਰੇ ਦੇਸ਼ਵਾਸੀਓ, ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ 75ਵੇਂ ਸੁਤੰਤਰਤਾ ਦਿਵਸ ਤੇ ਤੁਹਾਨੂੰ ਸਾਰਿਆਂ ਨੂੰ ਤੇ ਵਿਸ਼ਵ ਭਰ 'ਚ ਭਾਰਤ ਨੂੰ ਪਿਆਰ ਕਰਨ ਵਾਲੇ, ਲੋਕਤੰਤਰ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਅੱਜ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਇਸ ਪਾਵਨ ਮੌਕੇ ਤੇ ਆਪਣੇ ਸਾਰੇ ਸੁਤੰਤਰਤਾ ਸੈਨਾਨੀਆਂ ਨੂੰ, ਰਾਸ਼ਟਰ ਰੱਖਿਆ ਵਿੱਚ ਆਪਣੇ ਆਪ ਨੂੰ ਦਿਨ ਰਾਤ ਖਪਾਉਣ ਵਾਲੇ, ਆਹੂਤੀ ਦੇਣ ਵਾਲੇ ਵੀਰਾਂ ਨੂੰ ਤੇ ਵੀਰਾਂਗਨਾਵਾਂ ਨੂੰ ਅੱਜ ਦੇਸ਼ ਨਮਨ ਕਰ ਰਿਹਾ ਹੈ। ਆਜ਼ਾਦੀ ਨੂੰ ਜਨ ਅੰਦੋਲਨ ਬਣਾਉਣ ਵਾਲੇ ਪੂਜਨੀਕ ਬਾਪੂ ਹੋਣ ਜਾਂ ਆਜ਼ਾਦੀ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਵਾਲੇ ਨੇਤਾ ਜੀ ਸੁਭਾਸ਼ ਚੰਦਰ ਬੋਸ, ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਬਿਸਮਿਲ ਤੇ ਅਸ਼ਫਾਕ ਉੱਲਾ ਖਾਨ ਵਰਗੇ ਮਹਾਨ ਕ੍ਰਾਂਤੀਵੀਰ ਹੋਣ, ਝਾਂਸੀ ਦੀ ਰਾਣੀ ਲਕਸ਼ਮੀ ਬਾਈ ਹੋਵੇ, ਚਿੱਤੂਰ ਦੀ ਰਾਣੀ ਚਿੰਨੰਮਾ ਹੋਵੇ ਜਾਂ ਰਾਣੀ ਗਾਇਨਦੇਲਿਊ ਹੋਵੇ, ਜਾਂ ਅਸਾਮ ਵਿੱਚ ਮਾਤੰਗਣੀ ਹਾਜ਼ਰਾ ਦਾ ਪਰਾਕਰਮ ਹੋਵੇ, ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਜੀ ਹੋਣ, ਦੇਸ਼ ਨੂੰ ਇਕਜੁੱਟ ਰਾਸ਼ਟਰ ਵਿੱਚ ਬਦਲਣ ਵਾਲੇ ਸਰਦਾਰ ਵੱਲਭ ਭਾਈ ਪਟੇਲ ਹੋਣ, ਭਾਰਤ ਦੇ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰਨ ਵਾਲੇ, ਰਸਤਾ ਤੈਅ ਕਰਵਾਉਣ ਵਾਲੇ ਬਾਬਾ ਸਾਹਿਬ ਅੰਬੇਦਕਰ ਸਹਿਤ ਦੇਸ਼ ਹਰ ਵਿਅਕਤੀ ਨੂੰ, ਹਰ ਵਿਅਕਤਿਤਵ ਨੂੰ ਅੱਜ ਯਾਦ ਕਰ ਰਿਹਾ ਹੈ। ਦੇਸ਼ ਇਹਨਾਂ ਸਾਰੇ ਮਹਾਂਪੁਰਖਾਂ ਦਾ ਕਰਜ਼ਦਾਰ ਹੈ। ਭਾਰਤ ਤਾਂ ਬਹੁ ਰਤਨਾ ਵਸੁੰਧਰਾ ਹੈ। ਅੱਜ ਭਾਰਤ ਦੇ ਹਰ ਕੋਨੇ 'ਚ, ਹਰ ਕਾਲ ਖੰਡ ਵਿੱਚ ਅਣਗਿਣਤ ਲੋਕਾਂ ਨੇ, ਜਿਨ੍ਹਾਂ ਦੇ ਨਾਮ ਵੀ ਸ਼ਾਇਦ ਇਤਿਹਾਸ ਦੀ ਤਵਾਰੀਖ 'ਚ ਨਹੀਂ ਹੋਣਗੇ, ਇਹੋ ਜਿਹੇ ਅਣਗਿਣਤ ਲੋਕਾਂ ਨੇ ਇਸ ਰਾਸ਼ਟਰ ਨੂੰ ਬਣਾਇਆ ਵੀ ਹੈ, ਅੱਗੇ ਵਧਾਇਆ ਵੀ ਹੈ। ਮੈਂ ਇਹੋ ਜਿਹੇ ਹਰ ਵਿਅਕਤਿਤਵ ਦੀ ਵੰਦਨਾ ਕਰਦਾ ਹਾਂ, ਉਹਨਾਂ ਦਾ ਅਭਿਨੰਦਨ ਕਰਦਾ ਹਾਂ। ਭਾਰਤ ਨੇ ਸਦੀਆਂ ਤੱਕ ਮਾਤ ਭੂਮੀ, ਸੰਸਕ੍ਰਿਤੀ ਤੇ ਆਜ਼ਾਦੀ ਦੇ ਲਈ ਸੰਘਰਸ਼ ਕੀਤਾ ਹੈ। ਗੁਲਾਮੀ ਦੀ ਕਸਕ, ਆਜ਼ਾਦੀ ਦੀ ਲਲਕ ਇਸ ਦੇਸ਼ ਨੇ ਸਦੀਆਂ ਤੱਕ ਕਦੀ ਨਹੀਂ ਛੱਡੀ। ਹਾਰ ਜਿੱਤ ਹੁੰਦੀ ਰਹੀ, ਪਰ ਮਨ ਮੰਦਿਰ 'ਚ ਵਸੀ ਹੋਈ ਆਜ਼ਾਦੀ ਦੀ ਇੱਛਾ ਕਦੀ ਖਤਮ ਨਹੀਂ ਹੋਣ ਦਿੱਤੀ। ਅੱਜ ਇਹਨਾਂ ਸਾਰੇ ਸੰਘਰਸ਼ ਦੇ ਆਗੂਆਂ, ਸਦੀਆਂ ਤੋਂ ਸੰਘਰਸ਼ ਦੇ ਆਗੂਆਂ, ਉਹਨਾਂ ਸਾਰਿਆਂ ਨੂੰ ਵੀ ਪ੍ਰਣਾਮ ਕਰਨ ਦਾ ਵਕਤ ਹੈ ਅਤੇ ਉਹ ਪ੍ਰਣਾਮ ਦੇ ਹੱਕਦਾਰ ਵੀ ਨੇ। ਕੋਰੋਨਾ ਵੈਸ਼ਵਿਕ ਮਹਾਂਮਾਰੀ, ਇਸ ਮਹਾਂਮਾਰੀ ਵਿੱਚ ਸਾਡੇ ਡਾਕਟਰ, ਸਾਡੀਆਂ ਨਰਸਾਂ, ਸਾਡਾ ਪੈਰਾਮੈਡੀਕਲ ਸਟਾਫ, ਸਾਡੇ ਸਫਾਈ ਕਰਮਚਾਰੀ, ਵੈਕਸੀਨ ਬਣਾਉਣ 'ਚ ਜੁਟੇ ਸਾਡੇ ਵਿਗਿਆਨਕ ਹੋਣ, ਸੇਵਾ ਭਾਵਨਾ ਨਾਲ ਜੁੜੇ ਕਰੋੜਾਂ ਦੇਸ਼ਵਾਸੀ ਹੋਣ, ਜਿਨ੍ਹਾਂ ਨੇ ਇਸ ਕੋਰੋਨਾ ਦੇ ਕਾਲ ਖੰਡ 'ਚ ਪਲ ਪਲ ਜਨ ਸੇਵਾ ਨੂੰ ਸਮਰਪਿਤ ਕੀਤਾ। ਉਹ ਵੀ ਸਾਰੇ ਸਾਡੇ ਵੰਦਨ ਦੇ ਅਧਿਕਾਰੀ ਨੇ। ਅੱਜ ਵੀ ਦੇਸ਼ ਦੇ ਕੁਝ ਇਲਾਕਿਆਂ 'ਚ ਹੜ੍ਹ ਆਏ ਹੋਏ ਨੇ, ਜ਼ਮੀਨ ਵੀ ਖਿਸਕੀ ਹੈ, ਕੁਝ ਦੁਖਦਾਈ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਨੇ। ਕਈ ਖੇਤਰਾਂ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ। ਇਹੋ ਜਿਹੇ ਸਮੇਂ ਕੇਂਦਰ ਸਰਕਾਰ ਹੋਵੇ, ਰਾਜ ਸਰਕਾਰਾਂ ਹੋਣ, ਸਭ ਉਹਨਾਂ ਦੇ ਨਾਲ ਮੁਸਤੈਦੀ ਨਾਲ ਖੜੀਆਂ ਹੋਈਆਂ ਨੇ। ਅੱਜ ਇਸ ਆਯੋਜਨ 'ਚ ਓਲੰਪਿਕਸ 'ਚ ਭਾਰਤ ਨੇ, ਭਾਰਤ ਦੀ ਯੁਵਾ ਪੀੜ੍ਹੀ ਜਿਸ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ, ਇਹੋ ਜਿਹੇ ਸਾਡੇ ਐਥਲੀਟਸ, ਸਾਡੇ ਖਿਡਾਰੀ ਅੱਜ ਸਾਡੇ ਨਾਲ ਨੇ। ਕੁਝ ਇੱਥੇ ਨੇ, ਕੁਝ ਸਾਹਮਣੇ ਬੈਠੇ ਨੇ। ਮੈਂ ਅੱਜ ਦੇਸ਼ ਵਾਸੀਆਂ ਨੂੰ, ਇੱਥੇ ਮੌਜੂਦ ਨੇ ਉਹਨਾਂ ਨੂੰ ਵੀ, ਅਤੇ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਜੋ ਇਸ ਸਮਾਰੋਹ ਵਿੱਚ ਮੌਜੂਦ ਨੇ, ਉਹਨਾਂ ਸਾਰਿਆਂ ਨੂੰ ਮੈਂ ਕਹਿੰਦਾ ਕਿ ਸਾਡੇ ਖਿਡਾਰੀਆਂ ਦੇ ਸਨਮਾਨ 'ਚ ਆਓ, ਕੁਝ ਪਲ ਤਾੜੀਆਂ ਵਜਾ ਕੇ ਉਹਨਾਂ ਦਾ ਸਨਮਾਨ ਕਰੀਏ। ਭਾਰਤ ਦੀਆਂ ਖੇਡਾਂ ਦਾ ਸਨਮਾਨ, ਭਾਰਤ ਦੀ ਯੁਵਾ ਪੀੜ੍ਹੀ ਦਾ ਸਨਮਾਨ, ਭਾਰਤ ਨੂੰ ਮਾਣ ਦਿਲਵਾਉਣ ਵਾਲੇ ਯੁਵਕਾਂ ਦਾ ਸਨਮਾਨ। ਦੇਸ਼, ਕਰੋੜਾਂ ਦੇਸ਼ਵਾਸੀ ਅੱਜ ਤਾੜੀਆਂ ਦੀ ਗੜਗੜਾਹਟ ਦੇ ਨਾਲ ਸਾਡੇ ਇਹਨਾਂ ਜਵਾਨਾਂ ਦਾ, ਦੇਸ਼ ਦੀ ਯੁਵਾ ਪੀੜ੍ਹੀ ਦਾ ਗੌਰਵ ਕਰ ਰਹੇ ਨੇ। ਐਥਲੀਟਾਂ ਨੇ ਵਿਸ਼ੇਸ਼ ਤੌਰ 'ਤੇ ਅਸੀਂ ਮਾਣ ਕਰ ਸਕਦੇ ਹਾਂ ਕਿ ਉਹਨਾਂ ਨੇ ਸਾਡਾ ਦਿਲ ਹੀ ਨਹੀਂ ਜਿੱਤਿਆ, ਸਗੋਂ ਉਹਨਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ, ਭਾਰਤ ਦੀ ਯੁਵਾ ਪੀੜ੍ਹੀ ਨੂੰ ਪ੍ਰੇਰਨਾ ਦੇਣ ਦਾ ਬਹੁਤ ਵੱਡਾ ਕੰਮ ਕੀਤਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਅਸੀਂ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਾਂ,
ਲੇਕਿਨ ਬਟਵਾਰੇ ਦਾ ਦਰਦ ਅੱਜ ਵੀ ਹਿੰਦੁਸਤਾਨ ਦੇ ਸੀਨੇ ਨੂੰ ਛਲਣੀ ਕਰਦਾ ਹੈ। ਇਹ ਪਿਛਲੀ ਸ਼ਤਾਬਦੀ ਦੀ ਸਭ ਤੋਂ ਵੱਡੀਆਂ ਤਰਾਸਦੀਆਂ 'ਚੋਂ ਇੱਕ ਹੈ। ਆਜ਼ਾਦੀ ਤੋਂ ਬਾਅਦ ਇਹਨਾਂ ਲੋਕਾਂ ਨੂੰ ਬੜੀ ਜਲਦੀ ਭੁਲਾ ਦਿੱਤਾ ਗਿਆ। ਕੱਲ੍ਹ ਹੀ ਭਾਰਤ ਨੇ ਇੱਕ ਭਾਵੁਕ ਫੈਸਲਾ ਕੀਤਾ ਹੈ। ਹੁਣ ਤੋਂ ਹਰ ਸਾਲ 14 ਅਗਸਤ ਨੂੰ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ ਦੇ ਰੂਪ 'ਚ ਯਾਦ ਕੀਤਾ ਜਾਏਗਾ। ਜੋ ਲੋਕ ਵੰਡ ਦੇ ਵੇਲੇ ਅਮਾਨਵੀ ਹਾਲਾਤ 'ਚੋਂ ਗੁਜ਼ਰੇ, ਜਿਨ੍ਹਾਂ ਨੇ ਅਤਿਆਚਾਰ ਸਹੇ, ਜਿਨ੍ਹਾਂ ਨੂੰ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਤੱਕ ਨਸੀਬ ਨਾ ਹੋਇਆ, ਉਹਨਾਂ ਲੋਕਾਂ ਦਾ ਸਾਡੀ ਯਾਦ 'ਚ ਜਿਉਂਦਿਆਂ ਰਹਿਣਾ ਵੀ ਓਨਾ ਹੀ ਜ਼ਰੂਰੀ ਹੈ। ਆਜ਼ਾਦੀ ਦੇ 75ਵੇਂ ਸੁਤੰਤਰਤਾ ਦਿਵਸ ਤੇ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਨ ਦਾ ਤੈਅ ਹੋਣਾ ਇਹੋ ਜਿਹੇ ਲੋਕਾਂ ਨੂੰ ਹਰ ਭਾਰਤ ਵਾਸੀ ਦੇ ਵੱਲੋਂ ਆਦਰਪੂਰਵਕ ਸ਼ਰਧਾਂਜਲੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਤਰੱਕੀ ਦੇ ਰਾਹ 'ਤੇ ਵੱਧ ਰਹੇ ਸਾਡੇ ਦੇਸ਼ ਦੇ ਸਾਹਮਣੇ ਤੇ ਵਿਸ਼ਵ ਵਿੱਚ ਪੂਰੀ ਮਾਨਵ ਜਾਤੀ ਦੇ ਸਾਹਮਣੇ ਕੋਰੋਨਾ ਦਾ ਇਹ ਕਾਲਖੰਡ ਬਹੁਤ ਵੱਡੀ ਚੁਣੌਤੀ ਦੇ ਰੂਪ ਵਿੱਚ ਆਇਆ। ਭਾਰਤ ਵਾਸੀਆਂ ਨੇ ਬਹੁਤ ਸੰਜਮ, ਬੜੇ ਸਬਰ ਨਾਲ ਇਸ ਲੜਾਈ ਨੂੰ ਲੜਿਆ ਵੀ ਹੈ। ਇਸ ਲੜਾਈ 'ਚ ਸਾਡੇ ਸਾਹਮਣੇ ਅਨੇਕਾਂ ਚੁਣੌਤੀਆਂ ਸੀ, ਪਰ ਹਰ ਖੇਤਰ ਵਿੱਚ ਅਸੀਂ ਦੇਸ਼ ਵਾਸੀਆਂ ਨੇ ਅਸਾਧਾਰਨ ਗਤੀ ਨਾਲ ਕੰਮ ਕੀਤਾ। ਸਾਡੇ ਵਿਗਿਆਨਕਾਂ ਨੇ, ਸਾਡੇ ਉੱਦਮੀਆਂ ਦੀ ਤਾਕਤ ਦਾ ਹੀ ਨਤੀਜਾ ਹੈ ਕਿ ਭਾਰਤ ਨੂੰ ਵੈਕਸੀਨ ਦੇ ਲਈ ਅੱਜ ਕਿਸੇ ਹੋਰ ਦੇਸ਼ 'ਤੇ ਸਾਨੂੰ ਨਿਰਭਰ ਨਹੀਂ ਹੋਣਾ ਪਿਆ। ਤੁਸੀਂ ਕਲਪਨਾ ਕਰੋ, ਕੁਝ ਪਲ ਸੋਚੋ, ਜੇ ਭਾਰਤ ਕੋਲ ਆਪਣੀ ਵੈਕਸੀਨ ਨਾ ਹੁੰਦੀ ਤਾਂ ਕੀ ਹੁੰਦਾ? ਪੋਲੀਓ ਦੀ ਵੈਕਸੀਨ ਹਾਸਲ ਕਰਨ 'ਚ ਸਾਡੇ ਕਿੰਨੇ ਸਾਲ ਬੀਤ ਗਏ। ਇੰਨੇ ਵੱਡੇ ਸੰਕਟ ਵੇਲੇ ਜਦ ਪੂਰੀ ਦੁਨੀਆ ਵਿੱਚ ਮਹਾਮਾਰੀ ਹੋਵੇ, ਤਦ ਸਾਨੂੰ ਵੈਕਸੀਨ ਕਿਵੇਂ ਮਿਲਦਾ? ਭਾਰਤ ਨੂੰ ਸ਼ਾਇਦ ਮਿਲਦਾ ਕਿ ਨਹੀਂ ਮਿਲਦਾ ਤੇ ਕਦੋਂ ਮਿਲਦਾ। ਲੇਕਿਨ ਅੱਜ ਮਾਣ ਨਾਲ ਕਹਿ ਸਕਦੇ ਹਾਂ ਕਿ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ ਸਾਡੇ ਦੇਸ਼ ਵਿੱਚ ਚੱਲ ਰਿਹਾ ਹੈ। 54 ਕਰੋੜ ਤੋਂ ਜ਼ਿਆਦਾ ਲੋਕ, 54 ਕਰੋੜ ਤੋਂ ਜ਼ਿਆਦਾ ਲੋਕ ਵੈਕਸੀਨ ਦੀ ਡੋਜ਼ ਲਗਾ ਚੁੱਕੇ ਨੇ। ਕੋਵਿਨ ਵਰਗੀ ਆਨਲਾਈਨ ਵਿਵਸਥਾ, ਡਿਜੀਟਲ ਸਰਟੀਫਿਕੇਟ ਦੇਣ ਦੀ ਵਿਵਸਥਾ ਅੱਜ ਦੁਨੀਆ ਨੂੰ ਆਕਰਸ਼ਿਤ ਕਰ ਰਹੀ ਹੈ, ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਮਹਾਮਾਰੀ ਦੇ ਵੇਲੇ ਭਾਰਤ ਜਿਸ ਤਰ੍ਹਾਂ ਨਾਲ 80 ਕਰੋੜ ਦੇਸ਼ ਵਾਸੀਆਂ ਨੂੰ ਮਹੀਨਿਆਂ ਬੱਧੀ ਲਗਾਤਾਰ ਮੁਫਤ ਅਨਾਜ ਦੇ ਕੇ ਉਹਨਾਂ ਗਰੀਬਾਂ ਦੇ ਘਰਾਂ ਦੇ ਚੁੱਲ੍ਹਿਆਂ ਨੂੰ ਬਲਦੇ ਰੱਖਿਆ, ਇਹ ਵੀ ਦੁਨੀਆ ਵਿੱਚ ਅਚਰਜ ਵੀ ਹੈ ਤੇ ਚਰਚਾ ਦਾ ਵਿਸ਼ਾ ਵੀ ਹੈ। ਇਹ ਗੱਲ ਸਹੀ ਹੈ ਕਿ ਹੋਰ ਦੇਸ਼ਾਂ ਦੀ ਤੁਲਨਾ 'ਚ ਭਾਰਤ ਵਿੱਚ ਘੱਟ ਲੋਕ ਸੰਕਰਮਿਤ ਹੋਏ। ਇਹ ਵੀ ਸਹੀ ਹੈ ਕਿ ਦੁਨੀਆ ਦੇ ਦੇਸ਼ਾਂ ਦੀ ਜਨਸੰਖਿਆ ਦੀ ਤੁਲਨਾ 'ਚ ਭਾਰਤ ਵਿੱਚ ਅਸੀਂ ਵੱਡੀ ਗਿਣਤੀ 'ਚ ਆਪਣੇ ਨਾਗਰਿਕਾਂ ਨੂੰ ਬਚਾ ਸਕੇ ਹਾਂ। ਪਰ ਇਹ ਸਾਡੇ ਲਈ ਪਿੱਠ ਥਪਥਪਾਉਣ ਦਾ ਵਿਸ਼ਾ ਨਹੀਂ ਹੈ, ਸੰਤੋਸ਼ ਪਾ ਕੇ ਸੌਂ ਜਾਣ ਦਾ ਵਿਸ਼ਾ ਨਹੀਂ ਹੈ। ਇਹ ਕਹਿਣਾ ਕਿ ਕੋਈ ਚੁਣੌਤੀ ਨਹੀਂ ਸੀ, ਇਹ ਸਾਡੇ ਆਪਣੇ ਵਿਕਾਸ ਦੇ ਅੱਗੇ ਦੇ ਰਸਤਿਆਂ ਨੂੰ ਬੰਦ ਕਰਨ ਵਾਲੀ ਸੋਚ ਬਣ ਜਾਏਗੀ। ਦੁਨੀਆ ਦੇ ਸਮਰਿੱਧ ਦੇਸ਼ਾਂ ਦੀ ਤੁਲਨਾ 'ਚ ਸਾਡੀਆਂ ਵਿਵਸਥਾਵਾਂ ਘੱਟ ਨੇ। ਵਿਸ਼ਵ ਦੇ ਵਿੱਚ ਖੁਸ਼ਹਾਲ ਦੇਸ਼ਾਂ ਕੋਲ ਜੋ ਕੁਝ ਹੈ ਉਹ ਸਾਡੇ ਕੋਲ ਨਹੀਂ ਹੈ। ਲੇਕਿਨ ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਤੇ ਦੂਜੇ ਪਾਸੇ ਸਾਡੀ ਜਨਸੰਖਿਆ ਵੀ ਬਹੁਤ ਹੈ, ਵਿਸ਼ਵ ਦੀ ਤੁਲਨਾ ਵਿੱਚ ਬਹੁਤ ਜਨਸੰਖਿਆ, ਤੇ ਸਾਡੀ ਜੀਵਨ ਸ਼ੈਲੀ ਵੀ ਕੁਝ ਅਲੱਗ ਹੈ। ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਕਿੰਨੇ ਹੀ ਲੋਕਾਂ ਨੂੰ ਅਸੀਂ ਬਚਾ ਨਹੀਂ ਸਕੇ। ਕਿੰਨੇ ਹੀ ਬੱਚਿਆਂ ਦੇ ਸਿਰ 'ਤੇ ਕੋਈ ਹੱਥ ਫੇਰਨ ਵਾਲਾ ਚਲਾ ਗਿਆ, ਉਸ ਨੂੰ ਦੁਲਾਰਨ, ਉਸ ਦੀ ਜ਼ਿੱਦ ਪੂਰੀ ਕਰਨ ਵਾਲਾ ਚਲਾ ਗਿਆ। ਇਹ ਅਸਹਿ ਦਰਦ, ਇਹ ਤਕਲੀਫ ਹਮੇਸ਼ਾ ਨਾਲ ਰਹਿਣ ਵਾਲੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਹਰ ਦੇਸ਼ ਦੀ ਵਿਕਾਸ ਯਾਤਰਾ 'ਚ ਇੱਕ ਸਮਾਂ ਅਜਿਹਾ ਆਉਂਦਾ ਜਦ ਦੇਸ਼ ਖੁਦ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਦਾ, ਖੁਦ ਨੂੰ ਨਵੇਂ ਸੰਕਲਪਾਂ ਦੇ ਨਾਲ ਅੱਗੇ ਵਧਾਉਂਦਾ। ਭਾਰਤ ਦੀ ਵਿਕਾਸ ਯਾਤਰਾ 'ਚ ਵੀ ਅੱਜ ਉਹ ਸਮਾਂ ਆ ਗਿਆ। 75 ਸਾਲਾਂ ਦੇ ਮੌਕੇ ਨੂੰ ਸਾਨੂੰ ਇੱਕ ਸਮਾਰੋਹ ਤੱਕ ਹੀ ਸੀਮਿਤ ਨਹੀਂ ਕਰਨਾ। ਅਸੀਂ ਨਵੇਂ ਸੰਕਲਪਾਂ ਨੂੰ ਆਧਾਰ ਬਣਾਉਣਾ,
ਨਵੇਂ ਸੰਕਲਪਾਂ ਨੂੰ ਲੈ ਕੇ ਚੱਲਣਾ। ਇੱਥੋਂ ਸ਼ੁਰੂ ਹੋ ਕੇ ਅਗਲੇ 25 ਸਾਲਾਂ ਦੀ ਯਾਤਰਾ, ਜਦ ਅਸੀਂ ਆਜ਼ਾਦੀ ਦੀ ਸ਼ਤਾਬਦੀ ਮਨਾਵਾਂਗੇ। ਨਵੇਂ ਭਾਰਤ ਦੇ ਸਿਰਜਣ ਦਾ ਇਹ ਅੰਮ੍ਰਿਤ ਕਾਲ ਹੈ। ਇਸ ਅੰਮ੍ਰਿਤ ਕਾਲ 'ਚ ਸਾਡੇ ਸੰਕਲਪਾਂ ਦੀ ਸਿੱਧੀ ਸਾਨੂੰ ਆਜ਼ਾਦੀ ਦੇ 100 ਸਾਲਾਂ ਤੱਕ ਲੈ ਕੇ ਜਾਏਗੀ, ਮਾਣ ਨਾਲ ਲੈ ਜਾਏਗੀ। ਅੰਮ੍ਰਿਤ ਕਾਲ ਦਾ ਟੀਚਾ ਹੈ ਭਾਰਤ ਤੇ ਭਾਰਤ ਦੇ ਨਾਗਰਿਕਾਂ ਲਈ ਖੁਸ਼ਹਾਲੀ ਦੇ ਨਵੇਂ ਸਿਖਰਾਂ ਨੂੰ ਛੂਹਣਾ। ਅੰਮ੍ਰਿਤ ਕਾਲ ਦਾ ਟੀਚਾ ਹੈ ਇੱਕ ਇਹੋ ਜਿਹੇ ਭਾਰਤ ਦਾ ਨਿਰਮਾਣ ਜਿੱਥੇ ਸੁਵਿਧਾਵਾਂ ਦਾ ਪੱਧਰ ਪਿੰਡਾਂ ਤੇ ਸ਼ਹਿਰਾਂ ਨੂੰ ਵੰਡਣ ਵਾਲਾ ਨਾ ਹੋਵੇ। ਅੰਮ੍ਰਿਤ ਕਾਲ ਦਾ ਟੀਚਾ ਇੱਕ ਅਜਿਹੇ ਭਾਰਤ ਦਾ ਨਿਰਮਾਣ ਜਿੱਥੇ ਨਾਗਰਿਕਾਂ ਦੇ ਜੀਵਨ 'ਚ ਸਰਕਾਰ ਬੇਵਜ੍ਹਾ ਦਖਲ ਨਾ ਦੇਵੇ। ਅੰਮ੍ਰਿਤ ਕਾਲ ਦਾ ਟੀਚਾ ਇੱਕ ਅਜਿਹੇ ਭਾਰਤ ਦਾ ਨਿਰਮਾਣ ਜਿੱਥੇ ਦੁਨੀਆ ਦਾ ਹਰ ਆਧੁਨਿਕ ਇਨਫਰਾਸਟ੍ਰਕਚਰ ਹੋਵੇ। ਅਸੀਂ ਕਿਸੇ ਤੋਂ ਵੀ ਘੱਟ ਨਾ ਹੋਈਏ। ਇਹੀ ਕਰੋੜਾਂ ਦੇਸ਼ ਵਾਸੀਆਂ ਦਾ ਸੰਕਲਪ ਹੈ। ਪਰ ਸੰਕਲਪ ਉਦੋਂ ਤੱਕ ਅਧੂਰਾ ਹੁੰਦਾ ਜਦ ਤੱਕ ਸੰਕਲਪ ਦੇ ਨਾਲ ਮਿਹਨਤ ਤੇ ਪਰਾਕਰਮ ਦੀ ਪ੍ਰਕਾਸ਼ਠਾ ਨਾ ਹੋਵੇ। ਇਸ ਲਈ ਸਾਨੂੰ ਸਾਡੇ ਸਾਰੇ ਸੰਕਲਪਾਂ ਨੂੰ ਮਿਹਨਤ ਤੇ ਪਰਾਕਰਮ ਦੀ ਪ੍ਰਕਾਸ਼ਠਾ ਕਰਕੇ ਸਿੱਧ ਕਰਕੇ ਹੀ ਰਹਿਣਾ। ਤੇ ਇਹ ਸੁਪਨੇ, ਇਹ ਸੰਕਲਪ ਆਪਣੀਆਂ ਸੀਮਾਵਾਂ ਦੇ ਪਾਰ ਸੁਰੱਖਿਅਤ ਤੇ ਖੁਸ਼ਹਾਲ ਵਿਸ਼ਵ ਲਈ ਵੀ ਪ੍ਰਭਾਵੀ ਯੋਗਦਾਨ ਦੇ ਲਈ ਹੈ। ਅੰਮ੍ਰਿਤ ਕਾਲ 25 ਸਾਲਾਂ ਦਾ ਹੈ, ਲੇਕਿਨ ਸਾਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਇੰਨਾ ਲੰਬਾ ਇੰਤਜ਼ਾਰ ਵੀ ਨਹੀਂ ਕਰਨਾ ਹੈ। ਹੁਣੇ ਤੋਂ ਜੁਟ ਜਾਣਾ। ਸਾਡੇ ਕੋਲ ਗਵਾਉਣ ਲਈ ਇੱਕ ਪਲ ਵੀ ਨਹੀਂ ਹੈ। ਇਹੀ ਸਮਾਂ, ਸਹੀ ਸਮਾਂ ਸਾਡੇ ਦੇਸ਼ ਨੂੰ ਵੀ ਬਦਲਣਾ ਪਏਗਾ ਅਤੇ ਸਾਨੂੰ ਇੱਕ ਨਾਗਰਿਕ ਹੋਣ ਦੇ ਨਾਤੇ ਆਪਣੇ ਆਪ ਨੂੰ ਵੀ ਬਦਲਣਾ ਹੀ ਪਏਗਾ। ਬਦਲਦੇ ਹੋਏ ਯੁੱਗ ਦੇ ਹਿਸਾਬ ਨਾਲ ਸਾਨੂੰ ਵੀ ਆਪਣੇ ਆਪ ਨੂੰ ਢਾਲਣਾ ਪਏਗਾ। ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ, ਇਸੇ ਸ਼ਰਧਾ ਨਾਲ ਅਸੀਂ ਸਭ ਜੁਟ ਚੁੱਕੇ ਹਾਂ। ਲੇਕਿਨ ਅੱਜ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਆਹਵਾਨ ਕਰ ਰਿਹਾ ਹਾਂ, ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ ਅਤੇ ਹੁਣ ਸਭ ਦਾ ਪ੍ਰਯਤਨ ਸਾਡੇ ਸਾਰਿਆਂ ਦੇ ਟੀਚੇ ਦੀ ਪ੍ਰਾਪਤੀ ਲਈ ਬਹੁਤ ਮਹੱਤਵਪੂਰਨ ਹੈ। ਬੀਤੇ 7 ਸਾਲਾਂ 'ਚ ਸ਼ੁਰੂ ਹੋਈਆਂ ਅਨੇਕਾਂ ਯੋਜਨਾਵਾਂ ਦਾ ਲਾਭ ਕਰੋੜਾਂ ਗਰੀਬਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਿਆ। ਉਜਵਲਾ ਤੋਂ ਲੈ ਕੇ ਆਯੁਸ਼ਮਾਨ ਭਾਰਤ ਦੀ ਇਹ ਤਾਕਤ ਅੱਜ ਦੇਸ਼ ਦਾ ਹਰ ਗਰੀਬ ਜਾਣਦਾ ਹੈ। ਅੱਜ ਸਰਕਾਰੀ ਯੋਜਨਾਵਾਂ ਦੀ ਗਤੀ ਵਧੀ ਹੈ। ਉਹ ਨਿਰਧਾਰਿਤ ਟੀਚਿਆਂ ਨੂੰ ਹਾਸਲ ਕਰ ਰਹੀ ਹੈ। ਪਹਿਲਾਂ ਦੀ ਤੁਲਨਾ 'ਚ ਅਸੀਂ ਬੜੀ ਤੇਜ਼ੀ ਨਾਲ ਬਹੁਤ ਅੱਗੇ ਵਧੇ, ਪਰ ਗੱਲ ਸਿਰਫ ਇੱਥੇ ਪੂਰੀ ਨਹੀਂ ਹੁੰਦੀ। ਹੁਣ ਅਸੀਂ ਸੈਚੂਰੇਸ਼ਨ ਤੱਕ ਜਾਣਾ, ਪੂਰਨਤਾ ਤੱਕ ਜਾਣਾ। 100% ਪਿੰਡਾਂ 'ਚ ਸੜਕਾਂ ਹੋਣ, 100% ਪਰਿਵਾਰਾਂ ਦੇ ਬੈਂਕ ਅਕਾਊਂਟਸ ਹੋਣ, 100% ਲਾਭਾਰਥੀ ਕੋਲ ਆਯੁਸ਼ਮਾਨ ਭਾਰਤ ਦਾ ਕਾਰਡ ਹੋਵੇ, 100% ਪਾਤਰ ਵਿਅਕਤੀਆਂ ਨੂੰ ਉਜਵਲਾ ਯੋਜਨਾ ਅਤੇ ਗੈਸ ਕਨੈਕਸ਼ਨ ਮਿਲਣ, ਸਰਕਾਰ ਦੀ ਬੀਮਾ ਯੋਜਨਾ ਹੋਵੇ, ਪੈਨਸ਼ਨ ਯੋਜਨਾ ਹੋਵੇ। ਆਵਾਸ ਯੋਜਨਾ ਨਾਲ ਅਸੀਂ ਹਰ ਉਸ ਵਿਅਕਤੀ ਨੂੰ ਜੋੜਨਾ ਜੋ ਉਸ ਦਾ ਹੱਕਦਾਰ ਹੈ। 100% ਨੂੰ ਮੂਲ ਬਣਾ ਕੇ ਚੱਲਣਾ। ਅੱਜ ਤੱਕ ਸਾਡੇ ਇੱਥੇ ਕਦੇ ਉਹਨਾਂ ਸਾਥੀਆਂ ਦੇ ਬਾਰੇ ਵਿੱਚ ਨਹੀਂ ਸੋਚਿਆ ਗਿਆ ਜੋ ਰੇਹੜੀ ਲਗਾਉਂਦੇ ਨੇ, ਪਟਰੀ 'ਤੇ ਬੈਠ ਕੇ, ਫੁੱਟਪਾਥ 'ਤੇ ਬੈਠ ਕੇ ਸਮਾਨ ਵੇਚਦੇ ਨੇ, ਠੇਲਾ ਚਲਾਉਂਦੇ ਨੇ। ਹੁਣ ਇਹਨਾਂ ਸਾਥੀਆਂ ਨੂੰ ਸਵੈ ਨਿਧੀ ਯੋਜਨਾ ਦੇ ਜ਼ਰੀਏ ਬੈਂਕਿੰਗ ਵਿਵਸਥਾ ਨਾਲ ਜੋੜਿਆ ਜਾ ਰਿਹਾ। ਜਿਵੇਂ ਅਸੀਂ ਬਿਜਲੀ 100% ਘਰਾਂ ਤੱਕ ਪਹੁੰਚਾਈ ਹੈ, ਜਿਵੇਂ ਅਸੀਂ 100% ਘਰਾਂ 'ਚ ਸ਼ੌਚਾਲੇ ਬਣਾਉਣ ਦੀ ਪ੍ਰਮਾਣਿਕ ਕੋਸ਼ਿਸ਼ ਕੀਤੀ, ਉਵੇਂ ਹੀ ਸਾਨੂੰ ਹੁਣ ਯੋਜਨਾਵਾਂ ਦੇ ਸੈਚੂਰੇਸ਼ਨ ਦਾ ਟੀਚਾ ਲੈ ਕੇ ਅੱਗੇ ਵਧਣਾ ਅਤੇ ਇਸ ਦੇ ਲਈ ਸਾਨੂੰ ਵਕਤ ਦੀ ਸੀਮਾ ਬਹੁਤ ਦੂਰ ਨਹੀਂ ਰੱਖਣੀ ਹੈ। ਸਾਨੂੰ ਕੁਝ ਹੀ ਸਾਲਾਂ 'ਚ ਆਪਣੇ ਸੰਕਲਪਾਂ ਨੂੰ ਸਾਕਾਰ ਕਰਨਾ ਹੈ। ਦੇਸ਼ ਅੱਜ ਹਰ ਘਰ ਜਲ ਮਿਸ਼ਨ ਨੂੰ ਲੈ ਕੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਜਲ ਜੀਵਨ ਮਿਸ਼ਨ ਦੇ ਸਿਰਫ 2 ਸਾਲਾਂ 'ਚ 4.5 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਨਲ ਤੋਂ ਜਲ ਮਿਲਣਾ ਸ਼ੁਰੂ ਹੋ ਗਿਆ।
ਪਾਈਪ ਤੋਂ ਵਾਟਰ ਮਿਲਣਾ ਸ਼ੁਰੂ ਹੋ ਗਿਆ। ਕਰੋੜਾਂ ਮਾਵਾਂ ਭੈਣਾਂ ਦਾ ਆਸ਼ੀਰਵਾਦ ਇਹੀ ਸਾਡੀ ਪੂੰਜੀ ਹੈ। ਇਸ 100% ਦਾ ਸਭ ਤੋਂ ਵੱਡਾ ਲਾਭ ਇਹ ਹੁੰਦਾ ਕਿ ਸਰਕਾਰੀ ਯੋਜਨਾ ਦੇ ਲਾਭ ਤੋਂ ਕੋਈ ਵਾਂਝਾ ਨਹੀਂ ਰਹਿੰਦਾ। ਜਦ ਸਰਕਾਰ ਇਹ ਟੀਚਾ ਮਿੱਥ ਕੇ ਚੱਲਦੀ ਹੈ ਕਿ ਅਸੀਂ ਸਮਾਜ ਦੀ ਆਖਰੀ ਲਾਈਨ 'ਚ ਜੋ ਵਿਅਕਤੀ ਖੜਾ ਉਸ ਤੱਕ ਪਹੁੰਚਣਾ, ਤਾਂ ਨਾ ਕੋਈ ਭੇਦਭਾਵ ਹੋ ਪਾਉਂਦਾ ਅਤੇ ਨਾ ਹੀ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਰਹਿੰਦੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਦੇ ਹਰ ਗਰੀਬ, ਹਰ ਵਿਅਕਤੀ ਤੱਕ ਪੋਸ਼ਣ ਪਹੁੰਚਾਉਣਾ ਵੀ ਸਰਕਾਰ ਦੀ ਤਰਜੀਹ ਹੈ। ਗਰੀਬ ਮਹਿਲਾਵਾਂ, ਗਰੀਬ ਬੱਚਿਆਂ 'ਚ ਕੁਪੋਸ਼ਣ ਅਤੇ ਜ਼ਰੂਰੀ ਪੌਸ਼ਟਿਕ ਪਦਾਰਥਾਂ ਦੀ ਕਮੀ ਉਹਨਾਂ ਦੇ ਵਿਕਾਸ 'ਚ ਬੜੀ ਵੱਡੀ ਰੁਕਾਵਟ ਬਣਦੀ ਹੈ। ਇਸ ਨੂੰ ਵੇਖਦੇ ਹੋਏ ਇਹ ਤੈਅ ਕੀਤਾ ਗਿਆ ਕਿ ਸਰਕਾਰ ਆਪਣੀਆਂ ਵੱਖ-ਵੱਖ ਯੋਜਨਾਵਾਂ ਤਹਿਤ ਜੋ ਚੌਲ ਗਰੀਬਾਂ ਨੂੰ ਦਿੰਦੀ ਹੈ ਉਸ ਨੂੰ ਫੋਰਟੀਫਾਈ ਕਰੇਗੀ। ਗਰੀਬਾਂ ਨੂੰ ਪੋਸ਼ਣ ਭਰਪੂਰ ਚੌਲ ਦੇਵੇਗੀ। ਰਾਸ਼ਨ ਦੀ ਦੁਕਾਨ ਉੱਤੇ ਮਿਲਣ ਵਾਲਾ ਚੌਲ ਹੋਵੇ, ਮਿਡ ਡੇ ਮੀਲ 'ਚ ਬੱਚਿਆਂ ਨੂੰ ਮਿਲਣ ਵਾਲਾ ਚੌਲ ਹੋਵੇ। ਸਾਲ 2024 ਤੱਕ ਹਰ ਯੋਜਨਾ ਦੇ ਜ਼ਰੀਏ ਮਿਲਣ ਵਾਲਾ ਚੌਲ ਫੋਰਟੀਫਾਈ ਕਰ ਦਿੱਤਾ ਜਾਏਗਾ। ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਦੇਸ਼ 'ਚ ਹਰ ਗਰੀਬ ਤੱਕ ਬਿਹਤਰ ਸਿਹਤ ਸੁਵਿਧਾ ਪਹੁੰਚਾਉਣ ਦਾ ਅਭਿਆਨ ਵੀ ਤੇਜ਼ ਗਤੀ ਨਾਲ ਚੱਲ ਰਿਹਾ ਹੈ। ਇਸ ਦੇ ਲਈ ਮੈਡੀਕਲ ਸਿੱਖਿਆ ਵਿੱਚ ਜ਼ਰੂਰੀ ਵੱਡੇ ਸੁਧਾਰ ਵੀ ਕੀਤੇ ਗਏ ਨੇ। ਪ੍ਰੀਵੈਂਟਿਵ ਹੈਲਥ ਕੇਅਰ 'ਤੇ ਵੀ ਓਨਾ ਹੀ ਧਿਆਨ ਦਿੱਤਾ ਗਿਆ। ਨਾਲ ਦੇਸ਼ 'ਚ ਮੈਡੀਕਲ ਸੀਟਾਂ 'ਚ ਵੀ ਕਾਫੀ ਵਾਧਾ ਕੀਤਾ ਗਿਆ ਹੈ। ਆਯੁਸ਼ਮਾਨ ਭਾਰਤ ਯੋਜਨਾ ਤਹਿਤ ਦੇਸ਼ ਦੇ ਪਿੰਡਾਂ ਤੱਕ ਕੁਆਲਿਟੀ ਸਿਹਤ ਸੇਵਾਵਾਂ ਭੇਜੀਆਂ ਜਾ ਰਹੀਆਂ ਨੇ। ਜਨ ਔਸ਼ਧੀ ਯੋਜਨਾ ਦੇ ਜ਼ਰੀਏ ਗਰੀਬ ਨੂੰ, ਮੱਧ ਵਰਗ ਨੂੰ ਸਸਤੀਆਂ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ। ਹੁਣ ਤੱਕ 75,000 ਤੋਂ ਵੀ ਜ਼ਿਆਦਾ ਹੈਲਥ ਐਂਡ ਵੈਲਨੈਸ ਸੈਂਟਰਸ ਬਣਾਏ ਜਾ ਚੁੱਕੇ ਨੇ। ਹੁਣ ਬਲਾਕ ਪੱਧਰ 'ਤੇ ਚੰਗੇ ਹਸਪਤਾਲ ਅਤੇ ਆਧੁਨਿਕ ਲੈਬਸ ਦੇ ਨੈੱਟਵਰਕ 'ਤੇ ਵਿਸ਼ੇਸ਼ ਤੌਰ 'ਤੇ ਕੰਮ ਕੀਤਾ ਜਾ ਰਿਹਾ। ਬਹੁਤ ਜਲਦ ਦੇਸ਼ ਦੇ ਹਜ਼ਾਰਾਂ ਹਸਪਤਾਲਾਂ ਦੇ ਕੋਲ ਆਪਣੇ ਆਕਸੀਜਨ ਪਲਾਂਟਸ ਵੀ ਹੋਣਗੇ। ਮੇਰੇ ਪਿਆਰੇ ਦੇਸ਼ਵਾਸੀਓ, 21ਵੀਂ ਸਦੀ 'ਚ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਲਿਜਾਉਣ ਲਈ ਭਾਰਤ ਦੀ ਸਮਰੱਥਾ ਦਾ ਸਹੀ ਇਸਤੇਮਾਲ, ਪੂਰਾ ਇਸਤੇਮਾਲ ਇਸ ਸਮੇਂ ਦੀ ਮੰਗ ਹੈ, ਬਹੁਤ ਜ਼ਰੂਰੀ ਹੈ। ਇਸ ਲਈ ਜੋ ਵਰਗ ਪਿੱਛੇ ਨੇ, ਜੋ ਖੇਤਰ ਪਿੱਛੇ ਨੇ, ਉਹਨਾਂ ਦੀ ਹੈਂਡ ਹੋਲਡਿੰਗ ਕਰਨੀ ਹੀ ਪਏਗੀ। ਬੁਨਿਆਦੀ ਜ਼ਰੂਰਤਾਂ ਦੇ ਨਾਲ ਹੀ ਦਲਿਤਾਂ, ਪਿਛੜਿਆਂ, ਆਦੀਵਾਸੀਆਂ, ਆਮ ਵਰਗ ਦੇ ਗਰੀਬਾਂ ਲਈ ਰਾਖਵਾਂਕਰਨ ਸੁਨਿਸ਼ਚਿਤ ਕੀਤਾ ਜਾ ਰਿਹਾ। ਹੁਣੇ ਹਾਲ ਹੀ 'ਚ ਮੈਡੀਕਲ ਸਿੱਖਿਆ ਦੇ ਖੇਤਰ 'ਚ ਆਲ ਇੰਡੀਆ ਕੋਟੇ 'ਚ OBC ਵਰਗ ਦੇ ਰਾਖਵੇਂਕਰਨ ਦਾ ਪ੍ਰਬੰਧ ਕੀਤਾ ਗਿਆ। ਸੰਸਦ 'ਚ ਕਾਨੂੰਨ ਬਣਾ ਕੇ OBC ਨਾਲ ਜੁੜੀ ਸੂਚੀ ਬਣਾਉਣ ਦਾ ਅਧਿਕਾਰ ਰਾਜਾਂ ਨੂੰ ਦੇ ਦਿੱਤਾ ਗਿਆ। ਮੇਰੇ ਪਿਆਰੇ ਦੇਸ਼ਵਾਸੀਓ, ਜਿਸ ਤਰ੍ਹਾਂ ਅਸੀਂ ਇਹ ਤੈਅ ਕਰ ਰਹੇ ਹਾਂ ਕਿ ਸਮਾਜ ਦੀ ਵਿਕਾਸ ਯਾਤਰਾ 'ਚ ਕੋਈ ਵਿਅਕਤੀ ਨਾ ਰਹਿ ਜਾਏ, ਕੋਈ ਵਰਗ ਨਾ ਰਹਿ ਜਾਏ, ਉਸੇ ਤਰ੍ਹਾਂ ਦੇਸ਼ ਦੀ ਕੋਈ ਭੂਮੀ, ਦੇਸ਼ ਦਾ ਕੋਈ ਕੋਨਾ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ। ਵਿਕਾਸ ਸਰਵਪੱਖੀ ਹੋਣਾ ਚਾਹੀਦਾ, ਵਿਕਾਸ ਸਰਵ ਸਪਰਸ਼ੀ ਹੋਣਾ ਚਾਹੀਦਾ, ਵਿਕਾਸ ਸਰਵ ਸਮਾਵੇਸ਼ਕ ਹੋਣਾ ਚਾਹੀਦਾ। ਦੇਸ਼ ਦੇ ਇਸ ਤਰ੍ਹਾਂ ਦੇ ਖੇਤਰਾਂ ਨੂੰ ਅੱਗੇ ਲਿਆਉਣ ਲਈ ਪਿਛਲੇ 7 ਸਾਲਾਂ ਤੋਂ ਜੋ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਹੁਣ ਉਹਨਾਂ ਨੂੰ ਹੋਰ ਤੇਜ਼ੀ ਦੇਣ ਵੱਲ ਅਸੀਂ ਅੱਗੇ ਵਧ ਰਹੇ ਹਾਂ। ਸਾਡਾ ਪੂਰਬੀ ਭਾਰਤ, ਨਾਰਥ ਈਸਟ, ਜੰਮੂ ਕਸ਼ਮੀਰ, ਲੱਦਾਖ ਦੇ ਨਾਲ ਪੂਰੇ ਹਿਮਾਲਿਆ ਦਾ ਖੇਤਰ ਹੋਵੇ, ਸਾਡੀਆਂ ਕੋਸਟਲ ਬੈਲਟਸ ਜਾਂ ਫਿਰ ਆਦੀਵਾਸੀ ਖੇਤਰ ਹੋਵੇ, ਇਹ ਭਵਿੱਖ ਵਿੱਚ ਭਾਰਤ ਦੇ ਵਿਕਾਸ ਦਾ, ਭਾਰਤ ਦੀ ਵਿਕਾਸ ਯਾਤਰਾ ਦਾ ਬਹੁਤ ਵੱਡੀ ਬੁਨਿਆਦ ਬਣਨ ਵਾਲੇ ਨੇ। ਅੱਜ ਨਾਰਥ ਈਸਟ 'ਚ ਕਨੈਕਟੀਵਿਟੀ ਦਾ ਨਵਾਂ ਇਤਿਹਾਸ ਲਿਖਿਆ ਜਾ ਰਿਹਾ। ਇਹ ਕਨੈਕਟੀਵਿਟੀ ਦਿਲਾਂ ਦੀ ਵੀ ਹੈ ਅਤੇ ਇਨਫਰਾਸਟਰਕਚਰ ਦੀ ਵੀ ਹੈ। ਬਹੁਤ ਜਲਦ ਨਾਰਥ ਈਸਟ ਦੇ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਨੂੰ ਰੇਲ ਸੇਵਾ ਨਾਲ ਜੋੜਨ ਦਾ ਕੰਮ ਪੂਰਾ ਹੋਣ ਵਾਲਾ ਹੈ। ਐਪ ਈਸਟ ਪਾਲਿਸੀ ਦੇ ਤਹਿਤ ਅੱਜ ਨਾਰਥ ਈਸਟ ਬੰਗਲਾਦੇਸ਼, ਮਿਆਂਮਾਰ ਅਤੇ ਦੱਖਣੀ ਪੂਰਬੀ ਏਸ਼ੀਆ ਨਾਲ ਵੀ ਕਨੈਕਟ ਹੋ ਰਿਹਾ ਹੈ। ਬੀਤੇ ਹੋਏ ਸਾਲਾਂ 'ਚ ਜੋ ਕੋਸ਼ਿਸ਼ਾਂ ਹੋਈਆਂ ਨੇ,
ਉਸ ਦੀ ਵਜ੍ਹਾ ਨਾਲ ਹੁਣ ਨਾਰਥ ਈਸਟ 'ਚ ਸਥਾਈ ਸ਼ਾਂਤੀ ਲਈ ਸ੍ਰੇਸ਼ਠ ਭਾਰਤ ਦੇ ਨਿਰਮਾਣ ਲਈ ਉਤਸ਼ਾਹ ਕਈ ਗੁਣਾ ਵਧਿਆ ਹੋਇਆ ਹੈ। ਨਾਰਥ ਈਸਟ ਤੋਂ ਉੱਥੇ ਟੂਰਿਜ਼ਮ, ਐਡਵੈਂਚਰ ਸਪੋਰਟਸ, ਆਰਗੈਨਿਕ ਫਾਰਮਿੰਗ, ਹਰਬਲ ਮੈਡੀਸਿਨਸ, ਆਇਲ ਪਾਮ, ਇਸ ਦਾ ਪੋਟੈਂਸ਼ੀਅਲ ਕਾਫੀ ਵੱਡੀ ਮਾਤਰਾ 'ਚ ਹੈ। ਸਾਨੂੰ ਪੂਰੀ ਤਰ੍ਹਾਂ ਇਸ ਪੋਟੈਂਸ਼ੀਅਲ ਨੂੰ ਨਿਖਾਰਨਾ ਹੋਏਗਾ, ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਾਉਣਾ ਹੋਏਗਾ ਅਤੇ ਸਾਨੂੰ ਇਹ ਕੰਮ ਅੰਮ੍ਰਿਤ ਕਾਲ ਦੇ ਕੁਛ ਦਹਾਕੇ ਵਿੱਚ ਹੀ ਪੂਰਾ ਕਰਨਾ ਹੈ। ਸਾਰਿਆਂ ਦੀ ਸਮਰੱਥਾ ਨੂੰ ਸਹੀ ਮੌਕੇ ਦੇਣਾ, ਇਹੀ ਲੋਕਤੰਤਰ ਦੀ ਅਸਲੀ ਭਾਵਨਾ ਹੈ। ਜੰਮੂ ਹੋਵੇ ਜਾਂ ਕਸ਼ਮੀਰ, ਵਿਕਾਸ ਦਾ ਸੰਤੁਲਨ ਹੁਣ ਜ਼ਮੀਨ 'ਤੇ ਦਿਸ ਰਿਹਾ ਹੈ। ਜੰਮੂ ਕਸ਼ਮੀਰ ਵਿੱਚ ਵੀ ਡੀਲਿਮਿਟੇਸ਼ਨ ਕਮਿਸ਼ਨ ਦਾ ਗਠਨ ਹੋ ਚੁੱਕਿਆ ਹੈ ਅਤੇ ਭਵਿੱਖ ਵਿੱਚ ਵਿਧਾਨ ਸਭਾ ਚੋਣਾਂ ਲਈ ਵੀ ਤਿਆਰੀਆਂ ਚੱਲ ਰਹੀਆਂ ਨੇ। ਲੱਦਾਖ ਵਿਕਾਸ ਦੀ ਆਪਣੀਆਂ ਅਸੀਮ ਸੰਭਾਵਨਾਵਾਂ ਵੱਲ ਅੱਗੇ ਵਧ ਰਿਹਾ ਹੈ। ਇੱਕ ਪਾਸੇ ਲੱਦਾਖ ਆਧੁਨਿਕ ਇਨਫਰਾਸਟਰਕਚਰ ਦਾ ਨਿਰਮਾਣ ਹੁੰਦੇ ਹੋਏ ਵੇਖ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸਿੰਧੂ ਸੈਂਟਰਲ ਯੂਨੀਵਰਸਿਟੀ ਲੱਦਾਖ ਨੂੰ ਉਚੇਰੀ ਸਿੱਖਿਆ ਦਾ, ਹਾਇਰ ਐਜੂਕੇਸ਼ਨ ਦਾ ਕੇਂਦਰ ਵੀ ਬਣਾ ਰਹੀ ਹੈ। 21ਵੀਂ ਸਦੀ ਦੇ ਇਸ ਦਹਾਕੇ ਵਿੱਚ ਭਾਰਤ ਬਲੂ ਇਕੋਨਮੀ ਦੀ ਆਪਣੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ੀ ਦੇਵੇਗਾ। ਸਾਨੂੰ ਐਕੁਆਕਲਚਰ ਦੇ ਨਾਲ ਸੀਵੀਡ ਦੀ ਖੇਤੀ 'ਚ ਜੋ ਸੰਭਾਵਨਾਵਾਂ ਬਣ ਰਹੀਆਂ ਨੇ, ਉਹਨਾਂ ਸੰਭਾਵਨਾਵਾਂ ਦਾ ਵੀ ਪੂਰਾ ਫਾਇਦਾ ਚੁੱਕਣਾ ਹੈ। ਡੀਪ ਓਸ਼ਨ ਮਿਸ਼ਨ ਸਮੁੰਦਰ ਦੀਆਂ ਅਸੀਮ ਸੰਭਾਵਨਾਵਾਂ ਨੂੰ ਖੋਜਣ ਦਾ ਸਾਡੇ ਉਤਸ਼ਾਹ ਦਾ ਸਬੂਤ ਹੈ। ਜੋ ਖਣਿਜ ਸੰਪਦਾ ਸਮੁੰਦਰ 'ਚ ਲੁਕੀ ਹੋਈ ਹੈ, ਜੋ ਥਰਮਲ ਐਨਰਜੀ ਸਮੁੰਦਰ ਦੇ ਪਾਣੀ 'ਚ ਹੈ, ਉਹ ਦੇਸ਼ ਦੇ ਵਿਕਾਸ ਨੂੰ ਨਵੀਂ ਬੁਲੰਦੀ ਦੇ ਸਕਦੀ ਹੈ। ਦੇਸ਼ ਦੇ ਜਿਨ੍ਹਾਂ ਜ਼ਿਲ੍ਹਿਆਂ ਲਈ ਇਹ ਮੰਨਿਆ ਗਿਆ ਸੀ ਕਿ ਪਿੱਛੇ ਰਹਿ ਗਏ ਨੇ, ਅਸੀਂ ਉਹਨਾਂ ਦੇ ਉਤਸ਼ਾਹ ਨੂੰ ਵੀ ਜਗਾਇਆ ਹੈ। ਦੇਸ਼ 'ਚ 110 ਤੋਂ ਜ਼ਿਆਦਾ ਉਤਸ਼ਾਹੀ ਜ਼ਿਲ੍ਹੇ, ਐਸਪੀਰੇਸ਼ਨਲ ਡਿਸਟ੍ਰਿਕਟਸ, ਜ਼ਿਲ੍ਹਿਆਂ 'ਚ ਸਿੱਖਿਆ, ਸਿਹਤ, ਪੋਸ਼ਣ, ਸੜਕਾਂ, ਰੋਜ਼ਗਾਰ ਨਾਲ ਜੁੜੀਆਂ ਯੋਜਨਾਵਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਹਨਾਂ ਵਿੱਚੋਂ ਕਈ ਜ਼ਿਲ੍ਹੇ ਸਾਡੇ ਆਦੀਵਾਸੀ ਇਲਾਕਿਆਂ 'ਚ ਨੇ। ਅਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵਿਕਾਸ ਦੀ ਪ੍ਰਤੀਯੋਗਿਤਾ ਦਾ ਉਤਸ਼ਾਹ ਪੈਦਾ ਕੀਤਾ ਹੈ। ਇਹ ਉਤਸ਼ਾਹੀ ਜ਼ਿਲ੍ਹੇ ਭਾਰਤ ਦੇ ਬਾਕੀ ਜ਼ਿਲ੍ਹਿਆਂ ਦੀ ਬਰਾਬਰੀ ਤੱਕ ਪੁੱਜਣ, ਉਸ ਦਿਸ਼ਾ ਵੱਲ ਤੇਜ਼ ਮੁਕਾਬਲਾ ਚੱਲ ਰਿਹਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਅਰਥ ਜਗਤ 'ਚ ਪੂੰਜੀਵਾਦ ਅਤੇ ਸਮਾਜਵਾਦ, ਇਸ ਦੀ ਚਰਚਾ ਤਾਂ ਬਹੁਤ ਹੁੰਦੀ ਹੈ, ਪਰ ਭਾਰਤ ਸਹਿਕਾਰਵਾਦ ਉੱਤੇ ਜ਼ੋਰ ਦਿੰਦਾ ਹੈ। ਸਹਿਕਾਰਵਾਦ ਸਾਡੀ ਪਰੰਪਰਾ, ਸਾਡੇ ਸੰਸਕਾਰਾਂ ਦੇ ਨਾਲ ਦੋਸਤਾਨਾ ਹੈ। ਸਹਿਕਾਰਵਾਦ ਜਿਸ ਵਿੱਚ ਜਨਤਾ ਜਨਾਰਦਨ ਦੀ ਸਮੂਹਿਕ ਤਾਕਤ ਅਰਥ ਵਿਵਸਥਾ ਦੀ ਚਾਲ ਅਤੇ ਤਾਕਤ ਦੇ ਰੂਪ ਵਿੱਚ ਡਰਾਈਵਿੰਗ ਫੋਰਸ ਬਣੇ, ਇਹ ਦੇਸ਼ ਦੇ ਗ੍ਰਾਸ ਰੂਟ ਲੈਵਲ ਦੀ ਇਕੋਨਮੀ ਦੇ ਲਈ ਇੱਕ ਅਹਿਮ ਖੇਤਰ ਹੈ। ਕੋਆਪਰੇਟਿਵਸ ਇਹ ਸਿਰਫ ਕਾਨੂੰਨ ਅਤੇ ਨਿਯਮ ਦੇ ਜੰਜਾਲ ਵਾਲੀ ਵਿਵਸਥਾ ਨਹੀਂ ਹੈ। ਕੋਆਪਰੇਟਿਵ ਇੱਕ ਸਪਿਰਿਟ ਹੈ, ਕੋਆਪਰੇਟਿਵ ਇੱਕ ਸੰਸਕਾਰ ਹੈ, ਕੋਆਪਰੇਟਿਵ ਇੱਕ ਸਮੂਹਿਕ ਚੱਲਣ ਦੀ ਮਨ ਦੀ ਸਥਿਤੀ ਹੈ, ਉਹਨਾਂ ਦਾ ਸਸ਼ਕਤੀਕਰਨ ਹੋਏ। ਇਸ ਲਈ ਅਸੀਂ ਵੱਖਰਾ ਮੰਤਰਾਲਾ ਬਣਾ ਕੇ ਇਸ ਵੱਲ ਕਦਮ ਚੁੱਕਿਆ ਅਤੇ ਰਾਜਾਂ ਵਿੱਚ ਜੋ ਸਹਿਕਾਰੀ ਖੇਤਰ ਹੈ, ਉਸ 'ਤੇ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਧਿਆਨ ਦਿੱਤਾ ਜਾਏ, ਉਹ ਧਿਆਨ ਦੇਣ ਲਈ ਅਸੀਂ ਇਹ ਕਦਮ ਚੁੱਕਿਆ। ਮੇਰੇ ਪਿਆਰੇ ਦੇਸ਼ ਵਾਸੀਓ, ਇਸ ਦਹਾਕੇ 'ਚ ਸਾਨੂੰ ਪਿੰਡਾਂ 'ਚ ਨਵੀਂ ਅਰਥ ਵਿਵਸਥਾ ਦੇ ਨਿਰਮਾਣ ਲਈ ਪੂਰੀ ਤਾਕਤ ਲਾਉਣੀ ਪਏਗੀ। ਅੱਜ ਅਸੀਂ ਆਪਣੇ ਪਿੰਡਾਂ ਨੂੰ ਤੇਜ਼ੀ ਨਾਲ ਬਦਲਦੇ ਹੋਏ ਵੇਖ ਰਹੇ ਹਾਂ। ਬੀਤੇ ਹੋਏ ਕੁਝ ਸਾਲਾਂ 'ਚ ਪਿੰਡਾਂ ਤੱਕ ਸੜਕ ਅਤੇ ਬਿਜਲੀ ਦੀਆਂ ਸੁਵਿਧਾਵਾਂ ਨੂੰ ਮੁਹੱਈਆ ਕਰਵਾਉਣ ਲਈ ਕਿਹਾ ਸੀ। ਉਹ ਪੂਰਾ ਪ੍ਰੋਗਰਾਮ ਸਾਡਾ ਰਿਹਾ, ਪਰ ਹੁਣ ਪਿੰਡਾਂ ਨੂੰ ਆਪਟੀਕਲ ਫਾਈਬਰ ਨੈਟਵਰਕ ਡੇਟਾ ਦੀ ਤਾਕਤ ਪੁੱਜ ਰਹੀ ਹੈ, ਇੰਟਰਨੈੱਟ ਪੁੱਜ ਰਿਹਾ ਹੈ। ਪਿੰਡਾਂ 'ਚ ਡਿਜੀਟਲ ਐਂਟਰਪ੍ਰੈਨਿਓਰ ਤਿਆਰ ਹੋ ਰਹੇ ਨੇ। ਪਿੰਡਾਂ 'ਚ ਜੋ ਸਾਡੀ ਸੈਲਫ ਹੈਲਪ ਗਰੁੱਪਸ ਨਾਲ ਜੁੜੀਆਂ 8 ਕਰੋੜ ਤੋਂ ਜ਼ਿਆਦਾ ਭੈਣਾਂ ਨੇ, ਉਹ ਇੱਕ ਤੋਂ ਵੱਧ ਇੱਕ ਪ੍ਰੋਡਕਟਸ ਬਣਾਉਂਦੀਆਂ ਨੇ। ਇਹਨਾਂ ਦੇ ਪ੍ਰੋਡਕਟਸ ਨੂੰ ਦੇਸ਼ ਅਤੇ ਵਿਦੇਸ਼ਾਂ 'ਚ ਵੱਡਾ ਬਾਜ਼ਾਰ ਮਿਲੇ, ਇਸ ਲਈ ਹੁਣ ਸਰਕਾਰ ਈ-ਕਮਰਸ ਪਲੇਟਫਾਰਮ ਵੀ ਤਿਆਰ ਕਰੇਗੀ। ਅੱਜ ਜਦੋਂ ਦੇਸ਼ ਵੋਕਲ ਫਾਰ ਲੋਕਲ ਦੇ ਮੰਤਰ ਦੇ ਨਾਲ ਅੱਗੇ ਵਧ ਰਿਹਾ ਹੈ, ਤਾਂ ਇਹ ਡਿਜੀਟਲ ਪਲੇਟਫਾਰਮ
ਔਰਤਾਂ ਦੇ ਸੈਲਫ ਹੈਲਪ ਗਰੁੱਪਸ ਦੇ ਉਤਪਾਦਾਂ ਨੂੰ ਦੇਸ਼ ਦੇ ਦੂਰ ਦਰਾਜ਼ ਦੇ ਖੇਤਰਾਂ 'ਚ ਵੀ ਤੇ ਵਿਦੇਸ਼ਾਂ 'ਚ ਵੀ ਲੋਕਾਂ ਨਾਲ ਜੋੜੇਗਾ ਤੇ ਉਹਨਾਂ ਦਾ ਆਕਾਸ਼ ਬਹੁਤ ਵੱਡਾ ਹੋਏਗਾ। ਕੋਰੋਨਾ ਦੇ ਦੌਰਾਨ ਦੇਸ਼ ਨੇ ਟੈਕਨੋਲੋਜੀ ਦੀ ਤਾਕਤ ਤੇ ਸਾਡੇ ਵਿਗਿਆਨੀਆਂ ਦੀ ਸਮਰੱਥਾ ਤੇ ਉਹਨਾਂ ਦੀ ਵਚਨਬੱਧਤਾ ਨੂੰ ਵੇਖਿਆ ਹੈ। ਦੇਸ਼ ਦੇ ਹਰ ਖੇਤਰ ਵਿੱਚ ਸਾਡੇ ਵਿਗਿਆਨੀ ਬੜੀ ਸੂਝ-ਬੂਝ ਨਾਲ ਕੰਮ ਕਰ ਰਹੇ ਨੇ। ਹੁਣ ਵਕਤ ਆ ਗਿਆ ਹੈ ਕਿ ਅਸੀਂ ਆਪਣੇ ਖੇਤੀ ਦੇ ਖੇਤਰ ਵਿੱਚ ਵੀ ਵਿਗਿਆਨੀਆਂ ਦੀਆਂ ਸਮਰੱਥਾਵਾਂ ਤੇ ਉਹਨਾਂ ਦੇ ਸੁਝਾਵਾਂ ਨੂੰ ਵੀ ਸਾਡੇ ਐਗਰੀਕਲਚਰ ਸੈਕਟਰ 'ਚ ਜੋੜੀਏ। ਹੁਣ ਅਸੀਂ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ ਤੇ ਅਸੀਂ ਇਸ ਦਾ ਪੂਰਾ ਫਾਇਦਾ ਚੁੱਕਣਾ ਹੈ। ਇਹ ਦੇਸ਼ ਨੂੰ ਭੋਜਨ ਸੁਰੱਖਿਆ ਦੇਣ ਦੇ ਨਾਲ ਫਲ, ਸਬਜ਼ੀਆਂ ਤੇ ਅਨਾਜ ਦਾ ਉਤਪਾਦਨ ਵਧਾਉਣ 'ਚ ਕਾਫੀ ਮਦਦ ਮਿਲੇਗੀ ਤੇ ਅਸੀਂ ਵਿਸ਼ਵ ਤੱਕ ਪੁੱਜਣ ਲਈ ਆਪਣੇ ਆਪ ਨੂੰ ਮਜ਼ਬੂਤੀ ਨਾਲ ਅੱਗੇ ਵਧਾਵਾਂਗੇ। ਇਹਨਾਂ ਕੋਸ਼ਿਸ਼ਾਂ ਦੇ ਵਿੱਚ ਸਾਨੂੰ ਖੇਤੀ ਸੈਕਟਰ ਦੀ ਇੱਕ ਵੱਡੀ ਚੁਣੌਤੀ ਵੱਲ ਵੀ ਧਿਆਨ ਦੇਣਾ ਹੈ। ਇਹ ਚੁਣੌਤੀ ਹੈ ਪਿੰਡਾਂ 'ਚ ਲੋਕਾਂ ਕੋਲ ਘੱਟ ਹੁੰਦੀ ਜ਼ਮੀਨ। ਵੱਧਦੀ ਹੋਈ ਆਬਾਦੀ ਦੇ ਨਾਲ ਪਰਿਵਾਰਾਂ 'ਚ ਜੋ ਵੰਡ ਹੋ ਰਹੀ ਹੈ ਉਸ ਦੀ ਵਜ੍ਹਾ ਨਾਲ ਕਿਸਾਨਾਂ ਦੀ ਜ਼ਮੀਨ ਛੋਟੀ ਤੋਂ ਛੋਟੀ ਹੁੰਦੀ ਜਾ ਰਹੀ ਹੈ। ਦੇਸ਼ ਦੇ 80% ਤੋਂ ਜ਼ਿਆਦਾ ਕਿਸਾਨ ਇੱਦਾਂ ਦੇ ਨੇ ਜਿਨ੍ਹਾਂ ਕੋਲ 2 ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ। 2 ਹੈਕਟੇਅਰ ਤੋਂ ਵੀ ਘੱਟ। ਹੁਣ ਅਸੀਂ ਵੇਖੀਏ 100 ਚੋਂ 80 ਕਿਸਾਨ, ਉਹਨਾਂ ਕੋਲ 2 ਹੈਕਟੇਅਰ ਤੋਂ ਵੀ ਘੱਟ ਜ਼ਮੀਨ। ਮਤਲਬ ਦੇਸ਼ ਦਾ ਕਿਸਾਨ ਇੱਕ ਤਰ੍ਹਾਂ ਨਾਲ ਛੋਟਾ ਕਿਸਾਨ ਹੈ। ਪਹਿਲਾਂ ਜੋ ਦੇਸ਼ 'ਚ ਨੀਤੀਆਂ ਬਣੀਆਂ ਉਹਨਾਂ 'ਚ ਛੋਟੇ ਕਿਸਾਨਾਂ ਨੂੰ ਜਿੰਨੀ ਤਰਜੀਹ ਦੇਣੀ ਚਾਹੀਦੀ ਸੀ, ਉਹਨਾਂ 'ਤੇ ਜਿੰਨਾ ਧਿਆਨ ਦੇਣਾ ਚਾਹੀਦਾ ਸੀ, ਉਹ ਰਹਿ ਗਿਆ। ਹੁਣ ਦੇਸ਼ 'ਚ ਇਹਨਾਂ ਛੋਟੇ ਕਿਸਾਨਾਂ ਨੂੰ ਧਿਆਨ 'ਚ ਰੱਖਦੇ ਹੋਏ ਖੇਤੀ ਸੁਧਾਰ ਕੀਤੇ ਜਾ ਰਹੇ ਨੇ, ਫੈਸਲੇ ਲਏ ਜਾ ਰਹੇ ਨੇ। ਫਸਲ ਬੀਮਾ ਯੋਜਨਾ 'ਚ ਸੁਧਾਰ ਹੋਵੇ, MSP ਨੂੰ 1.5 ਗੁਣਾ ਕਰਨ ਦਾ ਮਹੱਤਵਪੂਰਨ ਫੈਸਲਾ ਹੋਵੇ, ਛੋਟੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਤੋਂ ਸਸਤੀ ਦਰ 'ਤੇ ਬੈਂਕ ਤੋਂ ਕਰਜ਼ਾ ਮਿਲੇ, ਇਸ ਦਾ ਪ੍ਰਬੰਧ ਹੋਵੇ, ਸੋਲਰ ਪਾਵਰ ਨਾਲ ਜੁੜੀਆਂ ਯੋਜਨਾਵਾਂ ਖੇਤ ਤੱਕ ਭੇਜਣ ਦੀ ਗੱਲ ਹੋਵੇ, ਕਿਸਾਨ ਉਤਪਾਦਕ ਸੰਗਠਨ ਹੋਵੇ। ਇਹ ਸਾਰੀਆਂ ਕੋਸ਼ਿਸ਼ਾਂ ਛੋਟੇ ਕਿਸਾਨਾਂ ਦੀ ਤਾਕਤ ਵਧਾਉਣਗੀਆਂ। ਆਉਣ ਵਾਲੇ ਸਮੇਂ 'ਚ ਬਲਾਕ ਲੈਵਲ ਤੱਕ ਵੇਅਰ ਹਾਊਸ ਦੀ ਫੈਸਿਲਿਟੀ ਕ੍ਰੀਏਟ ਕਰਨ ਦਾ ਵੀ ਅਭਿਆਨ ਚਲਾਇਆ ਜਾਏਗਾ। ਹਰ ਛੋਟੇ ਕਿਸਾਨਾਂ ਦੇ ਛੋਟੇ ਖਰਚਿਆਂ ਨੂੰ ਧਿਆਨ 'ਚ ਰੱਖਦੇ ਹੋਏ PM ਕਿਸਾਨ ਸਨਮਾਨ ਨਿਧੀ ਯੋਜਨਾ ਚਲਾਈ ਜਾ ਰਹੀ ਹੈ। 10 ਕਰੋੜ ਤੋਂ ਜ਼ਿਆਦਾ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ 'ਚ ਹੁਣ ਤੱਕ 1.5 ਲੱਖ ਕਰੋੜ ਤੋਂ ਜ਼ਿਆਦਾ ਰਕਮ ਸਿੱਧੀ ਉਹਨਾਂ ਦੇ ਖਾਤਿਆਂ 'ਚ ਜਮ੍ਹਾਂ ਕਰਵਾ ਦਿੱਤੀ ਗਈ ਹੈ। ਛੋਟਾ ਕਿਸਾਨ ਹੁਣ ਸਾਡੇ ਲਈ, ਹੁਣ ਸਾਡਾ ਮੰਤਰ ਹੈ, ਸਾਡਾ ਸੰਕਲਪ ਹੈ। ਛੋਟਾ ਕਿਸਾਨ ਬਣੇ ਦੇਸ਼ ਦੀ ਸ਼ਾਨ। ਇਹ ਸਾਡਾ ਸੁਪਨਾ ਹੈ। ਆਉਣ ਵਾਲੇ ਸਾਲਾਂ 'ਚ ਸਾਨੂੰ ਦੇਸ਼ ਦੇ ਛੋਟੇ ਕਿਸਾਨਾਂ ਦੀ ਸਮੂਹਿਕ ਤਾਕਤ ਨੂੰ ਹੋਰ ਵਧਾਉਣਾ ਹੋਏਗਾ, ਨਵੀਆਂ ਸੁਵਿਧਾਵਾਂ ਦੇਣੀਆਂ ਹੋਣਗੀਆਂ। ਅੱਜ ਦੇਸ਼ ਦੇ 70 ਤੋਂ ਜ਼ਿਆਦਾ ਰੇਲ ਰੂਟਾਂ ਉੱਤੇ ਕਿਸਾਨ ਰੇਲ ਚੱਲ ਰਹੀ ਹੈ। ਕਿਸਾਨ ਰੇਲ ਛੋਟੇ ਕਿਸਾਨਾਂ ਨੂੰ ਆਪਣੇ ਉਤਪਾਦ ਦਾ ਘੱਟ ਕੀਮਤ, ਟਰਾਂਸਪੋਰਟੇਸ਼ਨ ਦਾ ਖਰਚਾ ਘੱਟ ਹੋਵੇ, ਇਸ ਤੇ ਦੂਰ ਦਰਾਜ਼ ਦੇ ਇਲਾਕਿਆਂ 'ਚ ਉਹ ਇਹ ਆਧੁਨਿਕ ਸੁਵਿਧਾ ਦੇ ਨਾਲ ਆਪਣੇ ਉਤਪਾਦ ਭੇਜ ਸਕਦਾ ਹੈ। ਕਮਲਮ ਹੋਵੇ ਜਾਂ ਸ਼ਾਹੀ ਲੀਚੀ, ਭੂਤ ਜਲੋਕੀਆ ਮਿਰਚ ਹੋਵੇ ਜਾਂ ਕਾਲਾ ਚੌਲ ਜਾਂ ਹਲਦੀ, ਕਈ ਉਤਪਾਦ ਹੁਣ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਭੇਜੇ ਜਾ ਰਹੇ ਨੇ। ਅੱਜ ਦੇਸ਼ ਨੂੰ ਖੁਸ਼ੀ ਹੁੰਦੀ ਹੈ ਜਦੋਂ ਭਾਰਤ ਦੀ ਮਿੱਟੀ ਵਿੱਚ ਪੈਦਾ ਹੋਈਆਂ ਚੀਜ਼ਾਂ ਦੀ ਖੁਸ਼ਬੂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੱਕ ਪੁੱਜ ਰਹੀ ਹੈ। ਭਾਰਤ ਦੇ ਖੇਤਾਂ 'ਚੋਂ ਨਿਕਲੀਆਂ ਹੋਈਆਂ ਸਬਜ਼ੀਆਂ ਤੇ ਅਨਾਜਾਂ ਨਾਲ ਅੱਜ ਦੁਨੀਆ ਦਾ ਟੇਸਟ ਬਣ ਰਿਹਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਕਿਸ ਤਰ੍ਹਾਂ ਅੱਜ ਪਿੰਡਾਂ ਦੀ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ, ਉਸ ਦਾ ਇੱਕ ਉਦਾਹਰਣ ਹੈ ਮਲਕੀਅਤ ਯੋਜਨਾ। ਅਸੀਂ ਸਾਰੇ ਜਾਣਦੇ ਹਾਂ ਕਿ ਪਿੰਡਾਂ 'ਚ ਜ਼ਮੀਨ ਦੀ ਕੀਮਤ ਦਾ ਕੀ ਹਾਲ ਹੁੰਦਾ ਹੈ। ਜ਼ਮੀਨ 'ਤੇ ਉਹਨਾਂ ਨੂੰ ਬੈਂਕ ਤੋਂ ਕੋਈ ਕਰਜ਼ ਨਹੀਂ ਮਿਲਦਾ ਹੈ, ਖੁਦ ਜ਼ਮੀਨ ਦੇ ਮਾਲਕ ਹੋਣ ਦੇ ਬਾਵਜੂਦ, ਕਿਉਂਕਿ ਪਿੰਡਾਂ ਵਿੱਚ ਜ਼ਮੀਨਾਂ ਦੇ ਕਾਗਜ਼ਾਂ 'ਤੇ ਕਈ ਪੀੜ੍ਹੀਆਂ ਤੋਂ ਕੋਈ ਕੰਮ ਨਹੀਂ ਹੋਇਆ। ਲੋਕਾਂ ਕੋਲ ਇਸ ਦੀ ਕੋਈ ਵਿਵਸਥਾ ਨਹੀਂ ਹੈ। ਇਹਨਾਂ ਹਾਲਾਤਾਂ ਨੂੰ ਬਦਲਣ ਦਾ ਕੰਮ ਅੱਜ ਮਲਕੀਅਤ ਯੋਜਨਾ ਕਰ ਰਹੀ ਹੈ। ਅੱਜ ਪਿੰਡ-ਪਿੰਡ, ਹਰ ਘਰ ਦੀ,
ਹਰ ਜ਼ਮੀਨ ਦੀ ਡਰੋਨ ਦੇ ਜ਼ਰੀਏ ਮੈਪਿੰਗ ਹੋ ਰਹੀ ਹੈ। ਪਿੰਡਾਂ ਦੀਆਂ ਜ਼ਮੀਨਾਂ ਦੇ ਡੇਟਾ ਅਤੇ ਸੰਪਤੀ ਦੇ ਕਾਗਜ਼ ਆਨਲਾਈਨ ਅਪਲੋਡ ਹੋ ਰਹੇ ਨੇ। ਇਸ ਨਾਲ ਨਾ ਸਿਰਫ ਪਿੰਡਾਂ ਵਿੱਚ ਜ਼ਮੀਨ ਨਾਲ ਜੁੜੇ ਝਗੜੇ ਖਤਮ ਹੋ ਰਹੇ ਨੇ, ਬਲਕਿ ਪਿੰਡਾਂ ਦੇ ਲੋਕਾਂ ਨੂੰ ਬੈਂਕ ਤੋਂ ਆਸਾਨੀ ਨਾਲ ਲੋਨ ਵੀ ਮਿਲਣ ਦੇ ਪ੍ਰਬੰਧ ਹੋਣ ਲੱਗੇ ਨੇ। ਪਿੰਡਾਂ ਦੇ ਗਰੀਬਾਂ ਦੀਆਂ ਜ਼ਮੀਨਾਂ ਝਗੜੇ ਦਾ ਨਹੀਂ, ਸਗੋਂ ਵਿਕਾਸ ਦਾ ਆਧਾਰ ਬਣਨ। ਦੇਸ਼ ਅੱਜ ਉਸ ਵੱਲ ਅੱਗੇ ਵਧ ਰਿਹਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਸਵਾਮੀ ਵਿਵੇਕਾਨੰਦ ਜੀ ਜਦੋਂ ਭਾਰਤ ਦੇ ਭਵਿੱਖ ਦੀ ਗੱਲ ਕਰਦੇ ਸੀ, ਆਪਣੀਆਂ ਅੱਖਾਂ ਅੱਗੇ ਮਾਂ ਭਾਰਤੀ ਦੀ ਮਹਾਨਤਾ ਦਾ ਜਦੋਂ ਉਹ ਦਰਸ਼ਨ ਕਰਦੇ ਸੀ ਤਾਂ ਉਹ ਕਹਿੰਦੇ ਸੀ, ਜਿੱਥੋਂ ਤੱਕ ਹੋ ਸਕੇ ਅਤੀਤ ਵੱਲ ਵੇਖੋ, ਪਿੱਛੇ ਜੋ ਨਵਾਂ ਝਰਨਾ ਵਗ ਰਿਹਾ ਹੈ ਉਸ ਦਾ ਜਲ ਪੀਓ ਅਤੇ ਉਸ ਦੇ ਬਾਅਦ ਸਾਹਮਣੇ ਵੱਲ ਵੇਖੋ, ਅੱਗੇ ਵਧੋ ਅਤੇ ਭਾਰਤ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਉਜਵਲ, ਮਹਾਨ ਅਤੇ ਸ੍ਰੇਸ਼ਠ ਬਣਾਓ। ਆਜ਼ਾਦੀ ਦੇ 75ਵੇਂ ਵਰ੍ਹੇ ਸਾਡਾ ਫਰਜ਼ ਹੈ ਕਿ ਹੁਣ ਅਸੀਂ ਦੇਸ਼ ਦੀ ਅਸੀਮ ਸਮਰੱਥਾ 'ਤੇ ਵਿਸ਼ਵਾਸ ਕਰਦੇ ਹੋਏ ਅੱਗੇ ਵਧੀਏ। ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਏਗਾ। ਨੇਕ ਜਨਰੇਸ਼ਨ ਇਨਫਰਾਸਟ੍ਰਕਚਰ ਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਏਗਾ। ਵਰਲਡ ਕਲਾਸ ਮੈਨੂਫੈਕਚਰਿੰਗ ਦੇ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੋਏਗਾ। ਕਟਿੰਗ ਐਜ ਇਨੋਵੇਸ਼ਨਸ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੋਏਗਾ। ਨਿਊ ਏਜ ਟੈਕਨੋਲੋਜੀ ਲਈ। ਮੇਰੇ ਪਿਆਰੇ ਦੇਸ਼ ਵਾਸੀਓ, ਆਧੁਨਿਕ ਵਿਸ਼ਵ ਵਿੱਚ ਤਰੱਕੀ ਦੀ ਬੁਨਿਆਦ ਆਧੁਨਿਕ ਇਨਫਰਾਸਟ੍ਰਕਚਰ 'ਤੇ ਖੜ੍ਹੀ ਹੁੰਦੀ ਹੈ। ਇਹ ਮੱਧਮ ਵਰਗ ਦੀਆਂ ਜ਼ਰੂਰਤਾਂ ਅਤੇ ਖੁਆਇਸ਼ਾਂ ਦੀ ਪੂਰਤੀ ਕਰਦੇ ਨੇ। ਕਮਜ਼ੋਰ ਇਨਫਰਾਸਟ੍ਰਕਚਰ ਦਾ ਬਹੁਤ ਵੱਡਾ ਨੁਕਸਾਨ ਵਿਕਾਸ ਦੀ ਗਤੀ ਨੂੰ ਵੀ ਹੁੰਦਾ, ਸ਼ਹਿਰੀ ਮੱਧਮ ਵਰਗ ਨੂੰ ਵੀ ਹੁੰਦਾ। ਮੇਰੇ ਪਿਆਰੇ ਦੇਸ਼ ਵਾਸੀਓ, ਇਸੇ ਗੱਲ ਨੂੰ ਸਮਝਦਿਆਂ ਹੋਇਆਂ ਜਲ, ਭੂਮੀ, ਆਕਾਸ਼ ਹਰ ਖੇਤਰ ਵਿੱਚ ਦੇਸ਼ ਨੇ ਅਸਾਧਾਰਨ ਸਪੀਡ ਅਤੇ ਸਕੇਲ ਉੱਤੇ ਕੰਮ ਕਰਕੇ ਦਿਖਾਇਆ ਹੈ। ਨਵੇਂ ਜਲ ਮਾਰਗ, ਵਾਟਰਵੇਜ਼ ਹੋਣ, ਨਵੇਂ ਸਥਾਨਾਂ ਨੂੰ ਸੀ ਪਲੇਨ ਨਾਲ ਜੋੜਨਾ ਹੋਏ, ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਭਾਰਤੀ ਰੇਲਵੇ ਵੀ ਤੇਜ਼ੀ ਨਾਲ ਆਧੁਨਿਕ ਅਵਤਾਰ ਵਿੱਚ ਢਲ ਰਹੀ ਹੈ। ਦੇਸ਼ ਨੇ ਸੰਕਲਪ ਲਿਆ ਹੈ ਕਿ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ, ਆਪ ਨੂੰ ਪਤਾ ਹੋਏਗਾ, ਅਸੀਂ ਆਜ਼ਾਦੀ ਦੇ ਇਸ ਅੰਮ੍ਰਿਤ ਮਹਾਉਤਸਵ ਨੂੰ 75 ਹਫ਼ਤਿਆਂ ਤੱਕ ਮਨਾਉਣਾ ਤੈਅ ਕੀਤਾ ਹੈ। 12 ਮਾਰਚ ਤੋਂ ਸ਼ੁਰੂ ਹੋਇਆ ਅਤੇ 2023 15 ਅਗਸਤ ਤੱਕ ਇਸ ਨੂੰ ਚਲਾਉਣਾ ਹੈ। ਉਤਸ਼ਾਹ ਨਾਲ ਅੱਗੇ ਵਧਣਾ ਹੈ ਅਤੇ ਇਸ ਲਈ ਦੇਸ਼ ਨੇ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਲਿਆ ਹੈ। ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ 75 ਹਫ਼ਤਿਆਂ ਵਿੱਚ 75 ਵੰਦੇ ਭਾਰਤ ਟ੍ਰੇਨਾਂ ਦੇਸ਼ ਦੇ ਹਰ ਕੋਨੇ ਨੂੰ ਆਪਸ ਵਿੱਚ ਜੋੜ ਕੇ ਰਹਿਣਗੀਆਂ। ਅੱਜ ਜਿਸ ਗਤੀ ਨਾਲ ਦੇਸ਼ ਵਿੱਚ ਨਵੇਂ ਏਅਰਪੋਰਟਸ ਦਾ ਨਿਰਮਾਣ ਹੋ ਰਿਹਾ, ਉਡਾਨ ਯੋਜਨਾ ਦੂਰ ਦੁਰਾਡੇ ਦੇ ਇਲਾਕਿਆਂ ਨੂੰ ਜੋੜ ਰਹੀਆਂ ਨੇ, ਇੱਕ ਵਿਲੱਖਣ ਹੈ। ਅੱਜ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਬਿਹਤਰ ਏਅਰ ਕਨੈਕਟੀਵਿਟੀ ਲੋਕਾਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦਿੰਦੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਭਾਰਤ ਨੂੰ ਆਧੁਨਿਕ ਇਨਫਰਾਸਟ੍ਰਕਚਰ ਦੇ ਨਾਲ ਹੀ ਇਨਫਰਾਸਟ੍ਰਕਚਰ ਨਿਰਮਾਣ, ਹੋਲਿਸਟਿਕ ਅਪਰੋਚ, ਇੰਟੀਗ੍ਰੇਟਿਡ ਅਪਰੋਚ ਅਪਣਾਉਣ ਦੀ ਬਹੁਤ ਜ਼ਰੂਰਤ ਹੈ। ਭਾਰਤ ਆਉਣ ਵਾਲੇ ਕੁਝ ਹੀ ਸਮੇਂ ਅੰਦਰ ਪ੍ਰਧਾਨ ਮੰਤਰੀ ਗਤੀ ਸ਼ਕਤੀ ਦਾ ਨੈਸ਼ਨਲ ਮਾਸਟਰ ਪਲਾਨ ਨੂੰ ਦੇਸ਼ ਦੇ ਸਾਹਮਣੇ ਕਰੋੜਾਂ ਦੇਸ਼ ਵਾਸੀਆਂ ਦੇ ਸੁਪਨੇ ਨੂੰ ਸਾਕਾਰ ਕਰਨ ਵਾਲੀ ਇੱਕ ਬਹੁਤ ਵੱਡੀ ਯੋਜਨਾ ਲੈ ਕੇ ਅਸੀਂ ਤੁਹਾਡੇ ਸਾਹਮਣੇ ਆਉਣ ਵਾਲੇ ਹਾਂ। ਉਸ ਨੂੰ ਲਾਂਚ ਕਰਨ ਵਾਲੇ ਹਾਂ। 100 ਲੱਖ ਕਰੋੜ ਤੋਂ ਵੀ ਜ਼ਿਆਦਾ ਦੀ ਯੋਜਨਾ ਲੱਖਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਲੈ ਕੇ ਆਉਣ ਵਾਲੀ ਹੈ। ਗਤੀ ਸ਼ਕਤੀ ਸਾਡੇ ਦੇਸ਼ ਲਈ ਇੱਕ ਅਜਿਹਾ ਨੈਸ਼ਨਲ ਇਨਫਰਾਸਟ੍ਰਕਚਰ ਮਾਸਟਰ ਪਲਾਨ ਹੋਏਗਾ ਜੋ ਹੋਲਿਸਟਿਕ ਇਨਫਰਾਸਟ੍ਰਕਚਰ ਦੀ ਨੀਂਹ ਰੱਖੇਗਾ। ਸਾਡੀ ਇਕੋਨਮੀ ਨੂੰ ਇੱਕ ਇੰਟੀਗ੍ਰੇਟਿਡ ਅਤੇ ਹੋਲਿਸਟਿਕ ਪੈਥਵੇ ਦੇਵੇਗਾ। ਅਜੇ ਅਸੀਂ ਦੇਖਦੇ ਹਾਂ ਕਿ ਸਾਡੇ ਟਰਾਂਸਪੋਰਟ ਦੇ ਸਾਧਨਾਂ ਵਿੱਚ ਕੋਈ ਤਾਲਮੇਲ ਨਹੀਂ ਹੁੰਦਾ। ਗਤੀ ਸ਼ਕਤੀ ਸਾਈਲੋਸ ਨੂੰ ਤੋੜੇਗੀ। ਭਵਿੱਖ ਦੇ ਰਸਤਿਆਂ ਤੋਂ ਅਸੀਂ ਇਹਨਾਂ ਸਾਰੇ ਰੋੜਿਆਂ ਨੂੰ, ਜਿੰਨੀਆਂ ਮੁਸ਼ਕਿਲਾਂ ਨੇ ਉਹਨਾਂ ਨੂੰ ਹਟਾਏਗੀ। ਇਸ ਨਾਲ ਆਮ ਮਾਨਵੀ ਟਰੈਵਲ ਟਾਈਮ ਵਿੱਚ ਕਮੀ ਆਏਗੀ।
ਤੇ ਸਾਡੀ ਇੰਡਸਟਰੀ ਦੀ ਪ੍ਰੋਡਕਟਿਵਿਟੀ ਹੋਰ ਵੀ ਵਧੇਗੀ। ਗਤੀ ਸ਼ਕਤੀ ਸਾਡੇ ਲੋਕਲ ਮੈਨੂਫੈਕਚਰਰਸ ਨੂੰ ਗਲੋਬਲੀ ਕੰਪੀਟੀਟਿਵ ਕਰਨ ਲਈ ਵੀ ਬਹੁਤ ਵੱਡੀ ਮਦਦ ਦੇਵੇਗੀ ਅਤੇ ਇਸ ਨਾਲ ਫਿਊਚਰ ਇਕੋਨੋਮਿਕ ਜ਼ੋਨਸ ਦੇ ਨਿਰਮਾਣ ਦੀਆਂ ਨਵੀਆਂ ਸੰਭਾਵਨਾਵਾਂ ਵੀ ਵਿਕਸਿਤ ਹੋਣਗੀਆਂ। ਅੰਮ੍ਰਿਤ ਕਾਲ ਦੇ ਇਸ ਦਹਾਕੇ ਵਿੱਚ ਗਤੀ ਦੀ ਸ਼ਕਤੀ ਭਾਰਤ ਦੇ ਕਾਇਆਕਲਪ ਦਾ ਆਧਾਰ ਬਣੇਗੀ। ਮੇਰੇ ਪਿਆਰੇ ਦੇਸ਼ਵਾਸੀਓ, ਵਿਕਾਸ ਦੇ ਰਾਹ 'ਤੇ ਅੱਗੇ ਵਧਦੇ ਹੋਏ ਭਾਰਤ ਨੂੰ ਆਪਣੀ ਮੈਨੂਫੈਕਚਰਿੰਗ ਅਤੇ ਐਕਸਪੋਰਟ ਦੋਨਾਂ ਨੂੰ ਵਧਾਉਣਾ ਪਏਗਾ। ਤੁਸੀਂ ਦੇਖਿਆ ਕਿ ਅਜੇ ਕੁਝ ਦਿਨ ਪਹਿਲਾਂ ਹੀ ਭਾਰਤ ਨੇ ਆਪਣੇ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ ਨੂੰ ਸਮੁੰਦਰ ਵਿੱਚ ਟਰਾਇਲ ਲਈ ਉਤਾਰਿਆ। ਭਾਰਤ ਅੱਜ ਆਪਣਾ ਲੜਾਕੂ ਵਿਮਾਨ ਬਣਾ ਰਿਹਾ, ਆਪਣੀ ਸਬਮੈਰੀਨ ਬਣਾ ਰਿਹਾ, ਗਗਨਯਾਨ ਵੀ ਪੁਲਾੜ ਵਿੱਚ ਭਾਰਤ ਦਾ ਝੰਡਾ ਲਹਿਰਾਉਣ ਲਈ ਤਿਆਰ ਹੋ ਰਿਹਾ। ਇਹ ਸਵਦੇਸ਼ੀ ਮੈਨੂਫੈਕਚਰਿੰਗ ਵਿੱਚ ਸਾਡੀ ਸਮਰੱਥਾ ਨੂੰ ਉਜਾਗਰ ਕਰਦਾ। ਕੋਰੋਨਾ ਦੇ ਬਾਅਦ ਉੱਭਰੀਆਂ ਨਵੀਆਂ ਆਰਥਿਕ ਪਰਿਸਥਿਤੀਆਂ ਵਿੱਚ ਮੇਕ ਇਨ ਇੰਡੀਆ ਨੂੰ ਸਥਾਪਿਤ ਕਰਨ ਲਈ ਦੇਸ਼ ਨੇ ਪ੍ਰੋਡਕਸ਼ਨ ਲਿੰਕ ਇਨਸੈਂਟਿਵ ਦੀ ਵੀ ਘੋਸ਼ਣਾ ਕੀਤੀ ਹੈ। ਇਸ ਨਾਲ ਜਿਹੜਾ ਬਦਲਾਵ ਆ ਰਿਹਾ ਉਸ ਦਾ ਉਦਾਹਰਣ ਇਲੈਕਟ੍ਰੋਨਿਕ ਮੈਨੂਫੈਕਚਰਿੰਗ ਸੈਕਟਰ ਤੋਂ ਹੈ। 7 ਸਾਲ ਪਹਿਲਾਂ ਅਸੀਂ ਲਗਭਗ $8 ਬਿਲੀਅਨ ਦੇ ਮੋਬਾਈਲ ਫੋਨਸ ਇੰਪੋਰਟ ਯਾਨੀ ਆਯਾਤ ਕਰਦੇ ਸੀ। ਹੁਣ ਇੰਪੋਰਟ ਤਾਂ ਬਹੁਤ ਜ਼ਿਆਦਾ ਘਟੀ ਹੈ। ਅੱਜ ਅਸੀਂ $3 ਬਿਲੀਅਨ ਦੇ ਮੋਬਾਈਲ ਫੋਨਸ ਐਕਸਪੋਰਟ ਵੀ ਕਰ ਰਹੇ ਹਾਂ। ਅੱਜ ਜਦ ਸਾਡੇ ਮੈਨੂਫੈਕਚਰਿੰਗ ਸੈਕਟਰ ਨੂੰ ਗਤੀ ਮਿਲ ਰਹੀ ਹੈ ਤਾਂ ਅਸੀਂ ਇਹ ਧਿਆਨ ਰੱਖਣਾ ਕਿ ਅਸੀਂ ਭਾਰਤ ਵਿੱਚ ਜੋ ਬਣਾਈਏ ਉਸ ਨੂੰ ਅਸੀਂ ਬੈਸਟ ਕੁਆਲਿਟੀ ਦੇ ਨਾਲ ਗਲੋਬਲ ਕੰਪੀਟੀਸ਼ਨ ਵਿੱਚ ਟਿਕ ਕੇ ਅਤੇ ਹੋ ਸਕੇ ਤਾਂ ਇੱਕ ਕਦਮ ਅੱਗੇ ਵਧੀਏ। ਇਹ ਤਿਆਰੀ ਕਰਨੀ ਹੈ ਅਤੇ ਗਲੋਬਲ ਮਾਰਕੀਟ ਨੂੰ ਅਸੀਂ ਟਾਰਗੇਟ ਕਰਨਾ। ਦੇਸ਼ ਦੇ ਸਾਰੇ ਮੈਨੂਫੈਕਚਰਰਜ਼ ਨੂੰ ਮੈਂ ਨਿਮਰਤਾ ਸਹਿਤ ਕਹਿਣਾ ਚਾਹੁੰਦਾ ਕਿ ਸਾਡੇ ਮੈਨੂਫੈਕਚਰਰਜ਼ ਨੂੰ ਇਸ ਗੱਲ ਨੂੰ ਕਦੇ ਵੀ ਭੁੱਲਣਾ ਨਹੀਂ ਹੋਏਗਾ ਕਿ ਤੁਸੀਂ ਜਿਹੜਾ ਪ੍ਰੋਡਕਟ ਬਾਹਰ ਭੇਜਦੇ ਹੋ ਉਹ ਸਿਰਫ ਤੁਹਾਡੀ ਕੰਪਨੀ ਦੁਆਰਾ ਬਣਾਇਆ ਹੋਇਆ ਇੱਕ ਪੁਰਜ਼ਾ ਨਹੀਂ ਹੈ, ਇੱਕ ਪ੍ਰੋਡਕਟ ਨਹੀਂ ਹੈ। ਉਸ ਦੇ ਨਾਲ ਭਾਰਤ ਦੀ ਪਛਾਣ ਜੁੜੀ ਹੋਈ ਹੈ, ਭਾਰਤ ਦਾ ਮਾਣ ਜੁੜਿਆ ਹੋਇਆ, ਭਾਰਤ ਦੇ ਕੋਟੀ ਲੋਕਾਂ ਦਾ ਵਿਸ਼ਵਾਸ ਜੁੜਿਆ ਹੁੰਦਾ। ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਇਸ ਲਈ ਮੈਨੂਫੈਕਚਰਰਸ ਨੂੰ ਕਹਿਣਾ ਕਿ ਤੁਹਾਡਾ ਹਰ ਪ੍ਰੋਡਕਟ ਭਾਰਤ ਦਾ ਬ੍ਰਾਂਡ ਐਂਬੈਸਡਰ ਹੈ। ਜਦ ਤੱਕ ਉਹ ਪ੍ਰੋਡਕਟ ਇਸਤੇਮਾਲ ਹੁੰਦਾ ਰਹੇਗਾ ਤਦ ਤੱਕ ਉਸ ਨੂੰ ਖਰੀਦਣ ਵਾਲਾ ਬੜੇ ਮਾਣ ਨਾਲ ਸੀਨਾ ਤਾਣ ਕੇ ਕਹੇਗਾ ਕਿ ਇਹ ਮੇਡ ਇਨ ਇੰਡੀਆ ਹੈ। ਇਹ ਮਿਜ਼ਾਜ ਚਾਹੀਦਾ। ਹੁਣ ਤੁਹਾਡੇ ਮਨ ਅੰਦਰ ਦੁਨੀਆ ਦੀ ਮਾਰਕੀਟ ਵਿੱਚ ਛਾ ਜਾਣ ਦਾ ਸੁਪਨਾ ਹੋਣਾ ਚਾਹੀਦਾ। ਇਸ ਸੁਪਨੇ ਨੂੰ ਪੂਰਾ ਕਰਨ ਲਈ ਸਰਕਾਰ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਖੜ੍ਹੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਦੇਸ਼ ਦੇ ਵੱਖ-ਵੱਖ ਸੈਕਟਰਜ਼ ਅਤੇ ਦੇਸ਼ ਦੇ ਛੋਟੇ ਸ਼ਹਿਰਾਂ ਵਿੱਚ ਵੀ, ਸਿਟੀਜ਼ ਵਿੱਚ ਵੀ ਨਵੇਂ ਸਟਾਰਟਅਪਸ ਬਣ ਰਹੇ ਨੇ। ਉਹਨਾਂ ਦੀ ਭਾਰਤੀ ਪ੍ਰੋਡਕਸ਼ਨ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਜਾਣ ਦੀ ਵੱਡੀ ਭੂਮਿਕਾ ਵੀ ਹੈ। ਸਰਕਾਰ ਆਪਣੇ ਇਹਨਾਂ ਸਟਾਰਟਅਪਸ ਨਾਲ ਪੂਰੀ ਤਾਕਤ ਨਾਲ ਖੜ੍ਹੀ ਹੈ। ਉਹਨਾਂ ਨੂੰ ਆਰਥਿਕ ਮਦਦ ਦੇਣੀ ਹੋਵੇ, ਟੈਕਸ 'ਤੇ ਛੋਟ ਦੇਣੀ ਹੋਵੇ, ਉਹਨਾਂ ਲਈ ਨਿਯਮਾਂ ਨੂੰ ਆਸਾਨ ਬਣਾਉਣਾ ਹੋਵੇ, ਸਭ ਕੁਝ ਕੀਤਾ ਜਾ ਰਿਹਾ। ਅਸੀਂ ਦੇਖਿਆ ਕਰੋਨਾ ਦੇ ਇਸ ਮੁਸ਼ਕਿਲ ਕਾਲ ਵਿੱਚ ਵੀ ਹਜ਼ਾਰਾਂ ਨਵੇਂ ਸਟਾਰਟਅਪਸ ਉੱਭਰ ਕੇ ਆਏ ਨੇ। ਬੜੀ ਸਫਲਤਾ ਨਾਲ ਉਹ ਅੱਗੇ ਵਧ ਰਹੇ ਨੇ। ਕੱਲ੍ਹ ਦੇ ਸਟਾਰਟਅਪ ਅੱਜ ਦੇ ਯੂਨੀਕੌਰਨ ਬਣ ਰਹੇ ਨੇ। ਇਹਨਾਂ ਦੀ ਮਾਰਕੀਟ ਵੈਲਿਊ ਹਜ਼ਾਰਾਂ ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ। ਇਹ ਦੇਸ਼ ਵਿੱਚ ਨਵੇਂ ਪ੍ਰਕਾਰ ਦੇ ਵੈਲਥ ਕ੍ਰੀਏਟਰਸ ਨੇ। ਇਹ ਆਪਣੇ ਯੂਨੀਕ ਆਈਡੀਆਜ਼ ਦੀ ਸ਼ਕਤੀ ਨਾਲ ਆਪਣੇ ਪੈਰਾਂ 'ਤੇ ਖੜ੍ਹੇ ਹੋ ਰਹੇ ਨੇ, ਅੱਗੇ ਵਧ ਰਹੇ ਨੇ ਅਤੇ ਦੁਨੀਆ 'ਤੇ ਛਾ ਜਾਣ ਦਾ ਸੁਪਨਾ ਲੈ ਕੇ ਚੱਲ ਰਹੇ ਨੇ। ਇਸ ਦਹਾਕੇ ਵਿੱਚ ਭਾਰਤ ਦੇ ਸਟਾਰਟਅਪਸ, ਭਾਰਤ ਦੇ ਸਟਾਰਟਅਪ ਈਕੋਸਿਸਟਮ, ਇਸ ਨੂੰ ਪੂਰੀ ਦੁਨੀਆ ਵਿੱਚ ਸਰਵੋਤਮ ਬਣਾਈਏ। ਅਸੀਂ ਇਸ ਦਿਸ਼ਾ ਵਿੱਚ ਕੰਮ ਕਰਨਾ ਹੈ, ਅਸੀਂ ਰੁਕਣਾ ਨਹੀਂ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਵੱਡੇ ਪਰਿਵਰਤਨ ਲਿਆਉਣ ਲਈ, ਵੱਡੇ ਰਿਫਾਰਮਸ ਲਈ ਰਾਜਨੀਤਿਕ ਇੱਛਾ ਸ਼ਕਤੀ,
ਪੋਲੀਟੀਕਲ ਵਿਲ ਦੀ ਜ਼ਰੂਰਤ ਹੁੰਦੀ ਹੈ। ਅੱਜ ਦੁਨੀਆ ਦੇਖ ਰਹੀ ਹੈ ਕਿ ਭਾਰਤ ਵਿੱਚ ਰਾਜਨੀਤਿਕ ਇੱਛਾ ਸ਼ਕਤੀ ਦੀ ਕੋਈ ਕਮੀ ਨਹੀਂ ਹੈ। ਰਿਫਾਰਮਸ ਨੂੰ ਲਾਗੂ ਕਰਨ ਲਈ ਗੁੱਡ ਅਤੇ ਸਮਾਰਟ ਗਵਰਨੈਂਸ ਚਾਹੀਦੀ ਹੈ। ਅੱਜ ਦੁਨੀਆ ਇਸ ਗੱਲ ਦੀ ਵੀ ਗਵਾਹ ਹੈ ਕਿ ਕਿਵੇਂ ਭਾਰਤ ਆਪਣੇ ਇੱਥੇ ਗਵਰਨੈਂਸ ਦਾ ਨਵਾਂ ਪੰਨਾ ਲਿਖ ਰਿਹਾ ਹੈ। ਅੰਮ੍ਰਿਤ ਕਾਲ ਦੇ ਇਸ ਦਸ਼ਕ ਵਿੱਚ ਕਈ ਜਨਰੇਸ਼ਨ ਰਿਫਾਰਮਸ ਨੂੰ ਅਤੇ ਉਸ ਵਿੱਚ ਸਾਡੀ ਪਹਿਲ ਹੋਏਗੀ। ਨਾਗਰਿਕਾਂ ਨੂੰ ਜੋ ਕੁਝ ਮਿਲਣਾ ਚਾਹੀਦਾ ਸਰਵਿਸ ਡਿਲੀਵਰੀ ਹੈ, ਉਹ ਲਾਸਟ ਮਾਈਲ ਤੱਕ, ਲਾਸਟ ਵਿਅਕਤੀ ਤੱਕ ਸੀਮਲੈਸਲੀ, ਬਿਨਾਂ ਝਿਜਕ, ਬਿਨਾਂ ਕਠਿਨਾਈ ਉਸ ਤੱਕ ਪਹੁੰਚੇ। ਦੇਸ਼ ਦੇ ਸੰਪੂਰਨ ਵਿਕਾਸ ਲਈ ਲੋਕਾਂ ਦੇ ਜੀਵਨ ਵਿੱਚ ਸਰਕਾਰ ਅਤੇ ਸਰਕਾਰੀ ਪ੍ਰਕਿਰਿਆਵਾਂ ਦਾ ਬੇਵਜ੍ਹਾ ਦਖਲ ਖਤਮ ਕਰਨਾ ਹੀ ਹੋਏਗਾ। ਪਹਿਲਾਂ ਦੇ ਸਮਿਆਂ ਵਿੱਚ ਸਰਕਾਰ ਖੁਦ ਹੀ ਡਰਾਈਵਿੰਗ ਸੀਟ 'ਤੇ ਬੈਠ ਗਈ ਸੀ। ਇਹ ਉਸ ਸਮੇਂ ਦੀ ਸ਼ਾਇਦ ਮੰਗ ਰਹੀ ਹੋਏਗੀ, ਪਰ ਹੁਣ ਸਮਾਂ ਬਦਲ ਚੁੱਕਿਆ। ਬੀਤੇ 7 ਸਾਲਾਂ ਵਿੱਚ ਦੇਸ਼ ਵਿੱਚ ਇਸ ਲਈ ਕੋਸ਼ਿਸ਼ਾਂ ਵੀ ਵਧੀਆਂ ਨੇ ਕਿ ਦੇਸ਼ ਦੇ ਲੋਕਾਂ ਨੂੰ ਗੈਰ ਜ਼ਰੂਰੀ ਕਾਨੂੰਨਾਂ ਦੇ ਜਾਲ, ਗੈਰ ਜ਼ਰੂਰੀ ਪ੍ਰਕਿਰਿਆਵਾਂ ਦੇ ਜਾਲ ਤੋਂ ਮੁਕਤੀ ਦਿਵਾਈ ਜਾਏ। ਹੁਣ ਤੱਕ ਦੇਸ਼ ਦੇ ਸੈਂਕੜੇ ਪੁਰਾਣੇ ਕਾਨੂੰਨਾਂ ਨੂੰ ਖਤਮ ਕੀਤਾ ਜਾ ਚੁੱਕਿਆ। ਕਰੋਨਾ ਦੇ ਇਸ ਕਾਲ ਵਿੱਚ ਵੀ ਸਰਕਾਰ ਨੇ 15,000 ਤੋਂ ਜ਼ਿਆਦਾ ਕੰਪਲਾਇੰਸਿਸ ਨੂੰ ਖਤਮ ਕੀਤਾ। ਹੁਣ ਤੁਸੀਂ ਦੇਖੋ, ਤੁਹਾਡਾ ਵੀ ਅਨੁਭਵ ਹੋਏਗਾ, ਕੋਈ ਇੱਕ ਛੋਟਾ ਸਰਕਾਰੀ ਕੰਮ ਹੋਵੇ, ਢੇਰ ਸਾਰੇ ਕਾਗਜ਼, ਬਾਰ-ਬਾਰ ਕਾਗਜ਼, ਇੱਕ ਹੀ ਜਾਣਕਾਰੀ, ਅਨੇਕਾਂ ਵਾਰ ਇਹੀ ਚੱਲਦਾ ਰਿਹਾ। 15,000 ਕੰਪਲਾਇੰਸਿਸ ਨੂੰ ਅਸੀਂ ਖਤਮ ਕੀਤਾ। ਤੁਸੀਂ ਸੋਚੋ, 200 ਸਾਲ ਪਹਿਲਾਂ, ਇੱਕ ਉਦਾਹਰਣ ਮੈਂ ਦੇਣਾ ਚਾਹੁੰਦਾ, 200 ਸਾਲ ਪਹਿਲਾਂ ਸਾਡੇ ਇੱਥੇ ਇੱਕ ਕਾਨੂੰਨ ਚੱਲਦਾ ਰਿਹਾ। 200 ਸਾਲ ਯਾਨੀ 1857 ਤੋਂ ਵੀ ਪਹਿਲਾਂ ਤੋਂ, ਜਿਸ ਦੀ ਵਜ੍ਹਾ ਨਾਲ ਦੇਸ਼ ਦੇ ਨਾਗਰਿਕ ਮੈਪਿੰਗ ਯਾਨੀ ਨਕਸ਼ਾ ਬਣਾਉਣ ਦੀ ਸੁਤੰਤਰਤਾ ਨਹੀਂ ਸੀ। ਹੁਣ ਵਿਚਾਰ ਕਰੋ, 1857 ਤੋਂ ਚੱਲ ਰਿਹਾ ਸੀ। ਨਕਸ਼ਾ ਬਣਾਉਣਾ ਤਾਂ ਸਰਕਾਰ ਨੂੰ ਪੁੱਛੋ, ਨਕਸ਼ਾ ਕਿਸੇ ਕਿਤਾਬ ਵਿੱਚ ਛਾਪਣਾ ਤਾਂ ਸਰਕਾਰ ਨੂੰ ਪੁੱਛੋ। ਨਕਸ਼ਾ ਗਵਾਚ ਜਾਣ 'ਤੇ ਗ੍ਰਿਫਤਾਰੀ ਦੀ ਵੀ ਉਪਲਬਧਤਾ ਹੈ। ਅੱਜ ਕੱਲ੍ਹ ਹਰ ਫੋਨ ਵਿੱਚ ਮੈਪ ਦਾ ਐਪ ਹੈ। ਸੈਟੇਲਾਈਟ ਦੀ ਇੰਨੀ ਤਾਕਤ ਹੈ ਕਿ ਫਿਰ ਅਜਿਹੇ ਕਾਨੂੰਨਾਂ ਦਾ ਬੋਝ ਸਿਰ 'ਤੇ ਲੈ ਕੇ ਦੇਸ਼ ਨੂੰ ਅੱਗੇ ਕਿਵੇਂ ਵਧਾਵਾਂਗੇ ਅਸੀਂ। ਕੰਪਲਾਇੰਸਿਸ ਦਾ ਇਹ ਬੋਝ ਉਤਰਨਾ ਬਹੁਤ ਜ਼ਰੂਰੀ ਹੈ। ਮੈਪਿੰਗ ਦੀ ਗੱਲ ਹੋਵੇ, ਸਪੇਸ ਦੀ ਗੱਲ ਹੋਵੇ, ਇਨਫੋਰਮੇਸ਼ਨ ਟੈਕਨੋਲੋਜੀ ਦੀ ਗੱਲ ਹੋਵੇ, BPO ਦੀ ਗੱਲ ਹੋਵੇ, ਵਰਗੇ ਅਨੇਕ ਸੈਕਟਰਾਂ ਵਿੱਚ ਬਹੁਤ ਸਾਰੇ ਇਰਰੈਗੂਲੇਸ਼ਨਸ ਨੂੰ ਅਸੀਂ ਖਤਮ ਕਰ ਦਿੱਤਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਬੇਵਜ੍ਹਾ ਕਾਨੂੰਨਾਂ ਦੀ ਜਕੜ ਤੋਂ ਮੁਕਤੀ ਈਜ਼ ਆਫ ਲਿਵਿੰਗ ਨਾਲ ਈਜ਼ ਆਫ ਡੂਇੰਗ ਬਿਜ਼ਨਸ ਦੋਨਾਂ ਲਈ ਬਹੁਤ ਹੀ ਜ਼ਰੂਰੀ ਹੈ। ਸਾਡੇ ਦੇਸ਼ ਦੇ ਉਦਯੋਗ ਅਤੇ ਵਪਾਰ ਅੱਜ ਇਸ ਬਦਲਾਵ ਨੂੰ ਮਹਿਸੂਸ ਕਰ ਰਹੇ ਨੇ। ਅੱਜ ਦਰਜਨਾਂ ਕਿਰਤ ਕਾਨੂੰਨ ਸਿਰਫ 4 ਕਰੋੜ ਵਿੱਚ ਸਮਾ ਚੁੱਕੇ ਨੇ। ਟੈਕਸ ਨਾਲ ਜੁੜੀਆਂ ਵਿਵਸਥਾਵਾਂ ਨੂੰ ਹੁਣ ਆਸਾਨ ਅਤੇ ਫੇਸਲੈਸ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਰਿਫਾਰਮਸ ਸਿਰਫ ਸਰਕਾਰ ਤੱਕ ਸੀਮਿਤ ਨਾ ਰਹਿਣ, ਬਲਕਿ ਗ੍ਰਾਮ ਪੰਚਾਇਤ ਅਤੇ ਨਗਰ ਨਿਗਮਾਂ, ਨਗਰ ਪਾਲਿਕਾਵਾਂ ਤੱਕ ਪਹੁੰਚਣ। ਇਸ 'ਤੇ ਦੇਸ਼ ਦੀ ਹਰ ਵਿਵਸਥਾ ਨੂੰ ਮਿਲ ਕੇ ਕੰਮ ਕਰਨਾ ਪਏਗਾ। ਮੈਂ ਆਵਾਜ਼ ਲਗਾ ਰਿਹਾ ਅਤੇ ਬੜੀ ਨਿਮਰਤਾ ਨਾਲ ਕਹਿ ਰਿਹਾ, ਕੇਂਦਰ ਹੋਵੇ ਜਾਂ ਰਾਜ, ਸਾਰਿਆਂ ਦੇ ਵਿਭਾਗਾਂ ਨੂੰ ਮੈਂ ਕਹਿ ਰਿਹਾ, ਸਾਰੇ ਸਰਕਾਰੀ ਸੰਸਥਾਵਾਂ ਨੂੰ ਕਹਿ ਰਿਹਾ, ਆਪਣੇ ਇੱਥੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਸਮੀਖਿਆ ਦਾ ਅਭਿਆਨ ਚਲਾਓ। ਹਰ ਉਹ ਨਿਯਮ, ਹਰ ਉਹ ਪ੍ਰਕਿਰਿਆ ਜੋ ਦੇਸ਼ ਦੇ ਲੋਕਾਂ ਸਾਹਮਣੇ ਮੁਸ਼ਕਿਲ ਬਣ ਕੇ, ਬੋਝ ਬਣ ਕੇ ਖੜੀ ਹੋਈ ਹੈ, ਉਸ ਨੂੰ ਸਾਨੂੰ ਦੂਰ ਕਰਨਾ ਹੀ ਹੋਏਗਾ। ਮੈਨੂੰ ਪਤਾ ਹੈ, ਜੋ 70-75 ਸਾਲ ਵਿੱਚ ਜੰਮਿਆ ਹੋਇਆ, ਉਹ ਇੱਕ ਦਿਨ ਵਿੱਚ ਜਾਂ ਇੱਕ ਸਾਲ ਵਿੱਚ ਨਹੀਂ ਜਾਏਗਾ, ਪਰ ਮਨ ਬਣਾ ਕੇ ਕੰਮ ਸ਼ੁਰੂ ਕਰਾਂਗੇ ਤਾਂ ਅਸੀਂ ਅਜਿਹਾ ਜ਼ਰੂਰ ਕਰ ਸਕਾਂਗੇ। ਮੇਰੇ ਪਿਆਰੇ ਦੇਸ਼ਵਾਸੀਓ, ਇਸੇ ਸੋਚ ਦੇ ਨਾਲ ਸਰਕਾਰ ਨੇ ਬਿਊਰੋਕਰੇਸੀ ਵਿੱਚ ਪੀਪਲ ਸੈਂਟਰਿਕ ਅਪਰੋਚ ਵਧਾਉਣ ਲਈ, ਐਫੀਸ਼ੀਐਂਸੀ ਵਧਾਉਣ ਲਈ ਸਰਕਾਰ ਨੇ ਮਿਸ਼ਨ ਕਰਮਯੋਗੀ ਅਤੇ ਕਪੈਸਿਟੀ ਬਿਲਡਿੰਗ ਕਮਿਸ਼ਨ ਦੀ ਸ਼ੁਰੂਆਤ ਵੀ ਕੀਤੀ ਹੈ। ਮੇਰੇ ਪਿਆਰੇ ਦੇਸ਼ਵਾਸੀਓ,
ਕੌਸ਼ਲ ਤੇ ਸਮਰੱਥਾ ਨਾਲ ਭਰੇ, ਆਪਣੀ ਮਿੱਟੀ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਨਾਲ ਭਰੇ ਨੌਜਵਾਨਾਂ ਨੂੰ ਤਿਆਰ ਕਰਨ ਵਿੱਚ ਵੱਡੀ ਭੂਮਿਕਾ ਹੁੰਦੀ ਹੈ। ਕਿਸ ਦੀ ਹੁੰਦੀ ਹੈ? ਵੱਡੀ ਭੂਮਿਕਾ ਹੁੰਦੀ ਹੈ ਸਾਡੀ ਸਿੱਖਿਆ ਦੀ, ਸਾਡੀ ਸਿੱਖਿਆ ਪ੍ਰਣਾਲੀ ਦੀ, ਸਾਡੀ ਸਿੱਖਿਆ ਪਰੰਪਰਾ ਦੀ। ਅੱਜ ਦੇਸ਼ ਕੋਲ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵੀ ਹੈ। ਹੁਣ ਸਾਡੇ ਬੱਚੇ ਨਾ ਕੌਸ਼ਲ ਦੀ ਕਮੀ ਕਾਰਨ ਰੁਕਣਗੇ ਅਤੇ ਨਾ ਹੀ ਭਾਸ਼ਾ ਦੀ ਸੀਮਾ ਵਿੱਚ ਬੱਝਣਗੇ। ਬਦਕਿਸਮਤੀ ਨਾਲ ਸਾਡੇ ਦੇਸ਼ ਵਿੱਚ ਭਾਸ਼ਾ ਨੂੰ ਲੈ ਕੇ ਵੱਡਾ ਬਟਵਾਰਾ ਪੈਦਾ ਹੋ ਗਿਆ। ਭਾਸ਼ਾ ਦੀ ਵਜ੍ਹਾ ਕਰਕੇ ਅਸੀਂ ਦੇਸ਼ ਦੇ ਬਹੁਤ ਵੱਡੇ ਟੈਲੈਂਟ ਨੂੰ ਪਿੰਜਰੇ ਵਿੱਚ ਬੰਨ੍ਹ ਦਿੱਤਾ। ਮਾਂ ਬੋਲੀ ਵਿੱਚ ਹੋਣਹਾਰ ਲੋਕ ਮਿਲ ਸਕਦੇ ਨੇ। ਮਾਂ ਬੋਲੀ ਵਿੱਚ ਪੜ੍ਹੇ ਹੋਏ ਲੋਕ ਅੱਗੇ ਆਉਣਗੇ ਤਾਂ ਉਹਨਾਂ ਦਾ ਆਤਮ ਵਿਸ਼ਵਾਸ ਹੋਰ ਵਧੇਗਾ। ਜਦ ਗਰੀਬ ਦੀ ਬੇਟੀ, ਗਰੀਬ ਦਾ ਬੇਟਾ ਮਾਂ ਬੋਲੀ ਵਿੱਚ ਪੜ੍ਹ ਕੇ ਪ੍ਰੋਫੈਸ਼ਨਲ ਬਣਨਗੇ ਤਾਂ ਉਹਨਾਂ ਦੀ ਸਮਰੱਥਾ ਦੇ ਨਾਲ ਇਨਸਾਫ ਹੋਏਗਾ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਗਰੀਬੀ ਦੇ ਖਿਲਾਫ ਲੜਾਈ ਦਾ ਸਾਧਨ ਭਾਸ਼ਾ ਹੈ। ਅਜਿਹਾ ਮੈਂ ਮੰਨਦਾ। ਇਹ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵੀ ਇੱਕ ਪ੍ਰਕਾਰ ਨਾਲ ਗਰੀਬੀ ਦੇ ਖਿਲਾਫ ਲੜਾਈ ਵਿੱਚ ਇੱਕ ਬਹੁਤ ਵੱਡਾ ਹਥਿਆਰ ਬਣ ਕੇ ਕੰਮ ਆਉਣ ਵਾਲਾ ਹੈ। ਗਰੀਬੀ ਨਾਲ ਜੰਗ ਜਿੱਤਣ ਦਾ ਆਧਾਰ ਵੀ ਮਾਂ ਬੋਲੀ ਦੀ ਸਿੱਖਿਆ ਹੈ, ਮਾਂ ਬੋਲੀ ਦਾ ਸਨਮਾਨ ਹੈ, ਮਾਂ ਬੋਲੀ ਦਾ ਮਹੱਤਵ ਹੈ। ਦੇਸ਼ ਨੇ ਦੇਖਿਆ ਕਿ ਖੇਡ ਦੇ ਮੈਦਾਨ ਵਿੱਚ, ਅਤੇ ਅਸੀਂ ਅਨੁਭਵ ਕਰ ਰਹੇ ਹਾਂ, ਖੇਡ ਦੇ ਮੈਦਾਨ ਵਿੱਚ ਭਾਸ਼ਾ ਰੁਕਾਵਟ ਨਹੀਂ ਬਣੀ ਅਤੇ ਉਸ ਦਾ ਨਤੀਜਾ ਦੇਖਿਆ ਕਿ ਨੌਜਵਾਨ ਸਾਡੇ ਖੇਡਣ ਲੱਗੇ ਨੇ, ਖੇਡ ਰਹੇ ਨੇ, ਖਿਲ ਵੀ ਰਹੇ ਨੇ। ਹੁਣ ਅਜਿਹਾ ਹੀ ਜੀਵਨ ਦੇ ਹੋਰ ਮੈਦਾਨਾਂ ਵਿੱਚ ਵੀ ਹੋਏਗਾ। ਨਵੀਂ ਰਾਸ਼ਟਰੀ ਸਿੱਖਿਆ ਨੀਤੀ, ਉਸ ਦੀ ਇੱਕ ਹੋਰ ਵਿਸ਼ੇਸ਼ ਗੱਲ ਹੈ, ਇਸ ਵਿੱਚ ਸਪੋਰਟਸ ਨੂੰ ਐਕਸਟਰਾ ਕਰਿਕੂਲਰ ਦੀ ਜਗ੍ਹਾ ਮੇਨ ਸਟਰੀਮ ਪੜ੍ਹਾਈ ਦਾ ਹਿੱਸਾ ਬਣਾਇਆ ਗਿਆ। ਜੀਵਨ ਨੂੰ ਅੱਗੇ ਵਧਾਉਣ ਵਿੱਚ ਜੋ ਵੀ ਪ੍ਰਭਾਵਸ਼ਾਲੀ ਤਰੀਕਾ ਹੈ, ਉਹਨਾਂ ਵਿੱਚ ਇੱਕ ਸਪੋਰਟਸ ਵੀ ਹੈ। ਜੀਵਨ ਵਿੱਚ ਸੰਪੂਰਨਤਾ ਲਈ ਜੀਵਨ ਵਿੱਚ ਖੇਲ ਕੂਦ ਹੋਣਾ, ਸਪੋਰਟਸ ਹੋਣਾ ਬਹੁਤ ਜ਼ਰੂਰੀ ਹੈ। ਇੱਕ ਸਮਾਂ ਸੀ ਜਦੋਂ ਖੇਲਣਾ ਕੁੱਦਣਾ ਨੂੰ ਮੁੱਖ ਧਾਰਾ ਨਹੀਂ ਸਮਝਿਆ ਜਾਂਦਾ ਸੀ। ਮਾਂ ਬਾਪ ਵੀ ਬੱਚਿਆਂ ਨੂੰ ਕਹਿੰਦੇ ਸਨ ਕਿ ਖੇਡਦੇ ਰਹੋਗੇ ਤਾਂ ਜੀਵਨ ਬਰਬਾਦ ਕਰ ਲਓਗੇ। ਹੁਣ ਦੇਸ਼ ਅੰਦਰ ਫਿਟਨੈਸ ਨੂੰ ਲੈ ਕੇ, ਸਪੋਰਟਸ ਨੂੰ ਲੈ ਕੇ ਇੱਕ ਜਾਗਰੂਕਤਾ ਆਈ ਹੈ। ਇਸ ਵਾਰ ਓਲੰਪਿਕਸ ਵਿੱਚ ਵੀ ਅਸੀਂ ਦੇਖਿਆ, ਅਸੀਂ ਅਨੁਭਵ ਕੀਤਾ, ਇਹ ਬਦਲਾਅ ਸਾਡੇ ਦੇਸ਼ ਲਈ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਹੈ। ਇਸ ਲਈ ਅੱਜ ਦੇਸ਼ ਵਿੱਚ ਖੇਡਾਂ ਅੰਦਰ ਟੈਲੈਂਟ, ਟੈਕਨੋਲੋਜੀ, ਪ੍ਰੋਫੈਸ਼ਨਲਿਜ਼ਮ ਲਿਆਉਣ ਲਈ ਜੋ ਅਭਿਆਨ ਚੱਲ ਰਿਹਾ, ਇਸ ਦਹਾਕੇ ਵਿੱਚ ਅਸੀਂ ਉਸ ਨੂੰ ਹੋਰ ਤੇਜ਼ ਕਰਨਾ ਅਤੇ ਹੋਰ ਵਿਆਪਕ ਕਰਨਾ। ਇਹ ਦੇਸ਼ ਲਈ ਗੌਰਵ ਦੀ ਗੱਲ ਹੈ ਕਿ ਸਿੱਖਿਆ ਹੋਵੇ ਜਾਂ ਖੇਡ, ਬੋਰਡਸ ਦੇ ਨਤੀਜੇ ਹੋਣ ਜਾਂ ਓਲੰਪਿਕ ਦਾ ਮੈਦਾਨ, ਸਾਡੀਆਂ ਬੇਟੀਆਂ ਅੱਜ ਗੌਰਵਸ਼ਾਲੀ ਪ੍ਰਦਰਸ਼ਨ ਕਰ ਰਹੀਆਂ ਨੇ। ਅੱਜ ਭਾਰਤ ਦੀਆਂ ਬੇਟੀਆਂ ਆਪਣਾ ਸਪੇਸ ਲੈਣ ਲਈ ਤਤਪਰ ਨੇ। ਅਸੀਂ ਇਹ ਸੁਨਿਸ਼ਚਿਤ ਕਰਨਾ ਕਿ ਹਰ ਕਰੀਅਰ, ਹਰ ਕਾਰਜ ਖੇਤਰ ਵਿੱਚ ਮਹਿਲਾਵਾਂ ਦੀ ਸਮਾਨ ਭਾਗੀਦਾਰੀ ਹੋਵੇ। ਅਸੀਂ ਇਹ ਸੁਨਿਸ਼ਚਿਤ ਕਰਨਾ ਕਿ ਸੜਕ ਤੋਂ ਲੈ ਕੇ ਵਰਕ ਆਫ ਪਲੇਸ ਤੱਕ ਹਰ ਜਗ੍ਹਾ 'ਤੇ ਮਹਿਲਾਵਾਂ ਵਿੱਚ ਸੁਰੱਖਿਆ ਦਾ ਅਹਿਸਾਸ ਹੋਵੇ, ਸਨਮਾਨ ਦਾ ਭਾਵ ਹੋਵੇ। ਇਸ ਦੇ ਲਈ ਦੇਸ਼ ਦੇ ਸ਼ਾਸਨ, ਪ੍ਰਸ਼ਾਸਨ, ਪੁਲਿਸ ਅਤੇ ਨਿਆਂ ਵਿਵਸਥਾ ਨੂੰ, ਨਾਗਰਿਕਾਂ ਨੂੰ ਆਪਣੀ 100% ਜ਼ਿੰਮੇਵਾਰੀ ਨਿਭਾਉਣੀ ਹੈ। ਇਸ ਸੰਕਲਪ ਨੂੰ ਅਸੀਂ ਆਜ਼ਾਦੀ ਦੇ 75 ਸਾਲਾਂ ਦਾ ਸੰਕਲਪ ਬਣਾਉਣਾ। ਅੱਜ ਮੈਂ ਇਹ ਖੁਸ਼ੀ ਦੇਸ਼ ਵਾਸੀਆਂ ਨਾਲ ਸਾਂਝੀ ਕਰ ਰਿਹਾ। ਮੈਨੂੰ ਲੱਖਾਂ ਬੇਟੀਆਂ ਦੇ ਸੁਨੇਹੇ ਮਿਲਦੇ ਸੀ ਕਿ ਉਹ ਵੀ ਸੈਨਿਕ ਸਕੂਲਾਂ ਵਿੱਚ ਪੜ੍ਹਨਾ ਚਾਹੁੰਦੀਆਂ ਨੇ। ਉਹਨਾਂ ਲਈ ਵੀ ਸੈਨਿਕ ਸਕੂਲਾਂ ਦੇ ਦਰਵਾਜ਼ੇ ਖੋਲ੍ਹੇ ਜਾਣ। 2-2.5 ਸਾਲ ਪਹਿਲਾਂ ਮਿਜ਼ੋਰਮ ਦੇ ਸੈਨਿਕ ਸਕੂਲ ਵਿੱਚ ਪਹਿਲੀ ਵਾਰ ਬੇਟੀਆਂ ਨੂੰ ਦਾਖਲਾ ਦੇਣ ਦਾ ਅਸੀਂ ਇੱਕ ਛੋਟਾ ਜਿਹਾ ਪ੍ਰਯੋਗ ਸ਼ੁਰੂ ਕੀਤਾ ਸੀ। ਹੁਣ ਸਰਕਾਰ ਨੇ ਤੈਅ ਕੀਤਾ ਕਿ ਦੇਸ਼ ਦੇ ਸਾਰੇ ਸੈਨਿਕ ਸਕੂਲਾਂ ਨੂੰ ਦੇਸ਼ ਦੀਆਂ ਬੇਟੀਆਂ ਲਈ ਵੀ ਖੋਲ੍ਹ ਦਿੱਤਾ ਜਾਏਗਾ। ਦੇਸ਼ ਦੇ ਸਾਰੇ ਸੈਨਿਕ ਸਕੂਲਾਂ 'ਚ ਹੁਣ ਬੇਟੀਆਂ ਵੀ ਪੜ੍ਹਨਗੀਆਂ। ਵਿਸ਼ਵ 'ਚ ਨੈਸ਼ਨਲ ਸਿਕਿਉਰਿਟੀ ਦਾ ਜਿੰਨਾ ਮਹੱਤਵ ਹੈ,
ਵੈਸਾ ਹੀ ਮਹੱਤਵ ਐਨਵਾਇਰਨਮੈਂਟ ਸਿਕਿਉਰਿਟੀ ਨੂੰ ਦਿੱਤਾ ਜਾਣ ਲੱਗਾ। ਭਾਰਤ ਅੱਜ ਐਨਵਾਇਰਨਮੈਂਟਲ ਸਿਕਿਉਰਿਟੀ ਦੀ ਮੁੱਖ ਆਵਾਜ਼ ਹੈ। ਅੱਜ ਬਾਇਓਡਾਇਵਰਸਿਟੀ ਹੋਵੇ ਜਾਂ ਲੈਂਡ ਨਿਊਟਰੈਲਿਟੀ, ਕਲਾਈਮੇਟ ਚੇਂਜ ਹੋਵੇ ਜਾਂ ਵੇਸਟ ਰੀਸਾਈਕਲਿੰਗ, ਆਰਗੈਨਿਕ ਫਾਰਮਿੰਗ ਹੋਵੇ ਜਾਂ ਗੋਹੇ ਨਾਲ ਬਣੀ ਗੈਸ ਹੋਏ, ਐਨਰਜੀ ਕੰਜ਼ਰਵੇਸ਼ਨ ਹੋਵੇ ਜਾਂ ਕਲੀਨ ਐਨਰਜੀ ਟ੍ਰਾਂਜੀਸ਼ਨ, ਵਾਤਾਵਰਣ ਦੀ ਦਿਸ਼ਾ 'ਚ ਭਾਰਤ ਦੀਆਂ ਕੋਸ਼ਿਸ਼ਾਂ ਅੱਜ ਨਤੀਜੇ ਲਿਆ ਰਹੀਆਂ ਨੇ। ਭਾਰਤ ਵਣ ਖੇਤਰ ਨੂੰ ਜਾਂ ਫਿਰ ਨਵੇਂ ਨੈਸ਼ਨਲ ਪਾਰਕਸ ਦੀ ਗਿਣਤੀ, ਬਾਗਾਂ ਦੀ ਗਿਣਤੀ ਅਤੇ ਏਸ਼ੀਆਟਿਕ ਲਾਇਨਜ਼ ਸਾਰਿਆਂ ਦਾ ਇਜ਼ਾਫਾ ਹਰ ਦੇਸ਼ਵਾਸੀ ਲਈ ਖੁਸ਼ੀ ਦੀ ਗੱਲ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਦੀਆਂ ਇਹਨਾਂ ਸਫਲਤਾਵਾਂ ਦੇ ਦਰਮਿਆਨ ਇੱਕ ਹੋਰ ਸੱਚ ਨੂੰ ਵੀ ਸਾਨੂੰ ਸਮਝਣਾ ਪਏਗਾ। ਭਾਰਤ ਅੱਜ ਐਨਰਜੀ ਇੰਡੀਪੈਂਡੈਂਟ ਨਹੀਂ ਹੈ। ਭਾਰਤ ਅੱਜ ਐਨਰਜੀ ਇੰਪੋਰਟ ਲਈ ਸਾਲਾਨਾ 12 ਲੱਖ ਕਰੋੜ ਰੁਪਇਆਂ ਤੋਂ ਵੀ ਜ਼ਿਆਦਾ ਖਰਚ ਕਰਦਾ ਹੈ। ਭਾਰਤ ਦੀ ਤਰੱਕੀ ਲਈ, ਆਤਮ ਨਿਰਭਰ ਭਾਰਤ ਬਣਾਉਣ ਲਈ ਭਾਰਤ ਦਾ ਐਨਰਜੀ ਇੰਡੀਪੈਂਡੈਂਟ ਹੋਣਾ ਸਮੇਂ ਦੀ ਮੰਗ ਹੈ, ਜ਼ਰੂਰੀ ਹੈ। ਇਸ ਲਈ ਅੱਜ ਭਾਰਤ ਨੂੰ ਇਹ ਸੰਕਲਪ ਲੈਣਾ ਪਏਗਾ ਕਿ ਅਸੀਂ ਆਜ਼ਾਦੀ ਦੇ 100 ਸਾਲ ਹੋਣ ਤੋਂ ਪਹਿਲਾਂ ਭਾਰਤ ਨੂੰ ਐਨਰਜੀ ਇੰਡੀਪੈਂਡੈਂਟ ਬਣਾਵਾਂਗੇ ਅਤੇ ਇਸ ਦੇ ਲਈ ਸਾਡਾ ਰੋਡ ਮੈਪ ਬਹੁਤ ਸਪਸ਼ਟ ਹੈ। ਗੈਸ ਬੇਸਡ ਇਕੋਨਮੀ, ਦੇਸ਼ ਭਰ 'ਚ CNG PNG ਦਾ ਨੈਟਵਰਕ ਹੋਵੇ, 20% ਇਥੇਨੋਲ ਬਲੈਂਡਿੰਗ ਦਾ ਟਾਰਗੇਟ ਹੋਵੇ। ਭਾਰਤ ਇੱਕ ਫਿਕਸਡ ਟੀਚੇ ਦੇ ਨਾਲ ਅੱਗੇ ਵਧ ਰਿਹਾ ਹੈ। ਭਾਰਤ ਨੇ ਇਲੈਕਟ੍ਰਿਕ ਮੋਬਿਲਿਟੀ ਵੱਲ ਵੀ ਕਦਮ ਵਧਾਇਆ ਹੈ ਅਤੇ ਰੇਲਵੇ ਦੇ 100% ਇਲੈਕਟ੍ਰੀਫਿਕੇਸ਼ਨ 'ਤੇ ਕੰਮ ਤੇਜ਼ ਰਫ਼ਤਾਰ ਨਾਲ ਅੱਗੇ ਵਧਾਇਆ ਹੈ। ਭਾਰਤੀ ਰੇਲਵੇ ਨੇ 2030 ਤੱਕ ਨੈੱਟ ਜ਼ੀਰੋ ਕਾਰਬਨ ਐਮਿਟਰ ਬਣਨ ਦਾ ਟੀਚਾ ਰੱਖਿਆ। ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਨਾਲ ਹੀ ਦੇਸ਼ ਮਿਸ਼ਨ ਸਰਕੂਲਰ ਇਕੋਨਮੀ ਇਸ 'ਤੇ ਵੀ ਜ਼ੋਰ ਦੇ ਰਿਹਾ ਹੈ। ਸਾਡੀ ਵਹੀਕਲ ਸਕ੍ਰੈਪ ਪਾਲਿਸੀ ਇਸ ਦਾ ਇੱਕ ਵੱਡਾ ਉਦਾਹਰਣ ਹੈ। ਅੱਜ G20 ਦੇ ਦੇਸ਼ਾਂ ਦਾ ਜੋ ਸਮੂਹ ਹੈ, ਉਹਨਾਂ 'ਚ ਭਾਰਤ ਇਕਲੌਤਾ ਐਸਾ ਦੇਸ਼ ਹੈ ਜੋ ਆਪਣੇ ਕਲਾਈਮੇਟ ਗੋਲਜ਼ ਨੂੰ ਪ੍ਰਾਪਤ ਕਰਨ ਦੀ ਦਿਸ਼ਾ 'ਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਨੇ ਇਸ ਦਹਾਕੇ ਦੇ ਆਖਿਰ ਤੱਕ ਰੀਨਿਊਏਬਲ ਐਨਰਜੀ ਦੇ 450 ਗੀਗਾਵਾਟ ਦਾ ਟੀਚਾ ਮਿਥਿਆ ਹੈ। 2030 ਤੱਕ 450 ਗੀਗਾਵਾਟਸ। ਇਸ 'ਚੋਂ 100 ਗੀਗਾਵਾਟਸ ਦੇ ਟੀਚੇ ਨੂੰ ਭਾਰਤ ਨੇ ਮਿੱਥੇ ਸਮੇਂ ਤੋਂ ਪਹਿਲਾਂ ਹਾਸਿਲ ਕਰ ਲਿਆ ਹੈ। ਸਾਡੇ ਇਹ ਯਤਨ ਦੁਨੀਆ ਨੂੰ ਵੀ ਭਰੋਸਾ ਦੇ ਰਹੇ ਨੇ। ਗਲੋਬਲ ਸਟੇਜ ਉੱਤੇ ਇੰਟਰਨੈਸ਼ਨਲ ਸੋਲਰ ਅਲਾਇੰਸ ਦਾ ਗਠਨ ਇਸ ਦਾ ਵੱਡਾ ਉਦਾਹਰਣ ਹੈ। ਭਾਰਤ ਅੱਜ ਜੋ ਵੀ ਕੰਮ ਕਰ ਰਿਹਾ ਹੈ, ਉਹਨਾਂ 'ਚ ਸਭ ਤੋਂ ਵੱਡਾ ਟੀਚਾ ਹੈ ਜੋ ਭਾਰਤ ਨੂੰ ਕਲਾਈਮੇਟ ਜੰਪ ਦੇਣ ਵਾਲਾ ਹੈ, ਕਲਾਈਮੇਟ ਦੇ ਖੇਤਰ 'ਚ ਕੁਐਂਟਮ ਜੰਪ ਦੇਣ ਵਾਲਾ ਹੈ। ਉਹ ਹੈ ਗ੍ਰੀਨ ਹਾਈਡਰੋਜਨ ਦਾ ਖੇਤਰ। ਗ੍ਰੀਨ ਹਾਈਡਰੋਜਨ ਖੇਤਰ ਦੇ ਟੀਚੇ ਦੀ ਪ੍ਰਾਪਤੀ ਲਈ ਮੈਂ ਅੱਜ ਇਸ ਤਿਰੰਗੇ ਦੀ ਗਵਾਹੀ 'ਚ ਨੈਸ਼ਨਲ ਹਾਈਡਰੋਜਨ ਮਿਸ਼ਨ ਦੀ ਘੋਸ਼ਣਾ ਕਰ ਰਿਹਾ। ਅੰਮ੍ਰਿਤ ਕਾਲ 'ਚ ਸਾਨੂੰ ਭਾਰਤ ਨੂੰ ਗ੍ਰੀਨ ਹਾਈਡਰੋਜਨ ਦੀ ਪ੍ਰੋਡਕਸ਼ਨ ਅਤੇ ਐਕਸਪੋਰਟ ਦਾ ਗਲੋਬਲ ਹੱਬ ਬਣਾਉਣਾ ਹੈ। ਇਹ ਊਰਜਾ ਦੇ ਖੇਤਰ 'ਚ ਭਾਰਤ ਦੀ ਇੱਕ ਨਵੀਂ ਪ੍ਰਗਤੀ ਉਸ ਨੂੰ ਆਤਮ ਨਿਰਭਰ ਬਣਾਏਗਾ ਅਤੇ ਪੂਰੇ ਵਿਸ਼ਵ 'ਚ ਗ੍ਰੀਨ ਐਨਰਜੀ ਟ੍ਰਾਂਜੀਸ਼ਨ ਦੀ ਨਵੀਂ ਪ੍ਰੇਰਣਾ ਵੀ ਬਣੇਗਾ। ਗ੍ਰੀਨ ਗਰੋਥ ਤੋਂ ਗ੍ਰੀਨ ਜੌਬ ਦੇ ਨਵੇਂ ਮੌਕੇ ਸਾਡੇ ਨੌਜਵਾਨਾਂ ਲਈ, ਸਾਡੇ ਸਟਾਰਟਅਪ ਲਈ ਅੱਜ ਦਸਤਕ ਦੇ ਰਹੇ ਨੇ। ਮੇਰੇ ਪਿਆਰੇ ਦੇਸ਼ਵਾਸੀਓ, 21ਵੀਂ ਸਦੀ ਦਾ ਅੱਜ ਦਾ ਭਾਰਤ ਵੱਡੇ ਟੀਚੇ ਮਿਥਣ ਅਤੇ ਉਹਨਾਂ ਨੂੰ ਹਾਸਿਲ ਕਰਨ ਦੀ ਸਮਰੱਥਾ ਰੱਖਦਾ ਹੈ। ਅੱਜ ਭਾਰਤ ਉਹਨਾਂ ਵਿਸ਼ਿਆਂ ਨੂੰ ਵੀ ਹੱਲ ਕਰ ਰਿਹਾ ਹੈ ਜਿਨ੍ਹਾਂ ਨੂੰ ਸੁਲਝਾਉਣ 'ਚ ਦਹਾਕਿਆਂ ਤੋਂ, ਸਦੀਆਂ ਤੋਂ ਇੰਤਜ਼ਾਰ ਸੀ। ਆਰਟੀਕਲ 370 ਬਦਲਣ ਦਾ ਇਤਿਹਾਸਕ ਫੈਸਲਾ ਹੋਵੇ, ਦੇਸ਼ ਨੂੰ ਟੈਕਸ ਦੇ ਜਾਲ ਤੋਂ ਮੁਕਤੀ ਦਿਵਾਉਣ ਵਾਲੀ ਵਿਵਸਥਾ GST ਹੋਵੇ, ਸਾਡੇ ਫੌਜੀ ਸਾਥੀਆਂ ਲਈ 1 ਰੈਂਕ 1 ਪੈਨਸ਼ਨ ਦਾ ਫੈਸਲਾ ਹੋਵੇ, ਰਾਮ ਜਨਮ ਭੂਮੀ ਕੇਸ ਦਾ ਸ਼ਾਂਤੀਪੂਰਨ ਹੱਲ, ਇਹ ਸਭ ਅਸੀਂ ਬੀਤੇ ਕੁਝ ਸਾਲਾਂ 'ਚ ਸੱਚ ਹੁੰਦਿਆਂ ਵੇਖਿਆ। ਤ੍ਰਿਪੁਰਾ 'ਚ ਦਹਾਕਿਆਂ ਬਾਅਦ ਬਰੂਰੀਆਂਗ ਸਮਝੌਤਾ ਹੋਵੇ, OBC ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣਾ ਹੋਵੇ
ਜਾਂ ਫਿਰ ਜੰਮੂ ਕਸ਼ਮੀਰ 'ਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ PDC ਤੇ BDC ਚੋਣਾਂ ਭਾਰਤ ਦੀ ਸੰਕਲਪ ਸ਼ਕਤੀ ਲਗਾਤਾਰ ਸਿੱਧ ਹੋ ਰਹੀ ਹੈ। ਅੱਜ ਕੋਰੋਨਾ ਦੇ ਦੌਰ 'ਚ ਭਾਰਤ 'ਚ ਰਿਕਾਰਡ ਵਿਦੇਸ਼ੀ ਪੂੰਜੀ ਆ ਰਹੀ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਹੈ। ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਕਰਕੇ ਭਾਰਤ ਨੇ ਦੇਸ਼ ਦੇ ਦੁਸ਼ਮਣਾਂ ਨੂੰ ਨਵੇਂ ਭਾਰਤ ਦੀ ਸਮਰੱਥਾ ਦਾ ਸੁਨੇਹਾ ਵੀ ਦੇ ਦਿੱਤਾ ਹੈ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਭਾਰਤ ਬਦਲ ਰਿਹਾ ਹੈ, ਭਾਰਤ ਬਦਲ ਸਕਦਾ ਹੈ। ਭਾਰਤ ਮੁਸ਼ਕਿਲ ਤੋਂ ਮੁਸ਼ਕਿਲ ਫੈਸਲੇ ਵੀ ਲੈ ਸਕਦਾ ਤੇ ਸਖਤ ਤੋਂ ਸਖਤ ਫੈਸਲੇ ਲੈਣ 'ਚ ਵੀ ਭਾਰਤ ਝਿਜਕਦਾ ਨਹੀਂ ਹੈ, ਰੁਕਦਾ ਨਹੀਂ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਸੈਕੰਡ ਵਰਲਡ ਵਾਰ ਤੋਂ ਬਾਅਦ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵੈਸ਼ਵਿਕ ਸਬੰਧਾਂ ਦਾ ਸਰੂਪ ਬਦਲ ਗਿਆ। ਕਰੋਨਾ ਤੋਂ ਬਾਅਦ ਵੀ ਨਵੇਂ ਵਰਲਡ ਆਰਡਰ ਦੀ ਸੰਭਾਵਨਾ ਹੈ। ਕਰੋਨਾ ਦੇ ਦੌਰਾਨ ਦੁਨੀਆ ਨੇ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਵੀ ਵੇਖਿਆ ਤੇ ਸਰਾਹਿਆ ਵੀ ਹੈ। ਅੱਜ ਦੁਨੀਆ ਭਾਰਤ ਨੂੰ ਇੱਕ ਨਵੀਂ ਦ੍ਰਿਸ਼ਟੀ ਨਾਲ ਵੇਖ ਰਹੀ ਹੈ। ਇਸ ਦ੍ਰਿਸ਼ਟੀ ਦੇ ਦੋ ਮਹੱਤਵਪੂਰਨ ਪਹਿਲੂ ਨੇ, ਇੱਕ ਅੱਤਵਾਦ ਤੇ ਦੂਜਾ ਵਿਸਤਾਰਵਾਦ। ਭਾਰਤ ਇਹਨਾਂ ਦੋਵਾਂ ਹੀ ਚੁਣੌਤੀਆਂ ਨਾਲ ਲੜ ਰਿਹਾ ਤੇ ਫੋਕਸਡ ਤਰੀਕੇ ਨਾਲ, ਬੜੀ ਹਿੰਮਤ ਦੇ ਨਾਲ ਜਵਾਬ ਵੀ ਦੇ ਰਿਹਾ। ਭਾਰਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕਿਆਂ ਨਾਲ ਨਿਭਾ ਪਾਏ, ਇਸ ਦੇ ਲਈ ਸਾਡੀਆਂ ਸੁਰੱਖਿਆ ਤਿਆਰੀਆਂ ਨੂੰ ਵੀ ਓਨਾ ਹੀ ਸਜਗ ਰਹਿਣਾ ਹੋਏਗਾ। ਰੱਖਿਆ ਦੇ ਖੇਤਰ 'ਚ ਦੇਸ਼ ਨੂੰ ਆਤਮ ਨਿਰਭਰ ਬਣਾਉਣ, ਭਾਰਤ ਦੀਆਂ ਕੰਪਨੀਆਂ ਨੂੰ ਪ੍ਰੋਤਸਾਹਿਤ ਕਰਨ ਲਈ, ਸਾਡੇ ਮਿਹਨਤੀ ਉੱਦਮੀਆਂ ਨੂੰ ਨਵੇਂ ਮੌਕੇ ਉਪਲਬਧ ਕਰਵਾਉਣ ਲਈ ਸਾਡੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਮੈਂ ਦੇਸ਼ ਨੂੰ ਵਿਸ਼ਵਾਸ ਦਿਵਾਉਣਾ ਕਿ ਦੇਸ਼ ਦੀ ਰੱਖਿਆ 'ਚ ਲੱਗੀਆਂ ਸਾਡੀਆਂ ਸੈਨਾਵਾਂ ਦੇ ਹੱਥ ਮਜ਼ਬੂਤ ਕਰਨ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ। ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਦੇਸ਼ ਦੇ ਮਹਾਨ ਵਿਚਾਰਕ ਸ਼੍ਰੀ ਅਰਬਿੰਦੋ ਦੀ ਜਨਮ ਜਯੰਤੀ ਵੀ ਹੈ। ਸਾਲ 2022 'ਚ ਉਹਨਾਂ ਦਾ 150ਵਾਂ ਜਨਮ ਜਯੰਤੀ ਦਾ ਪਰਵ ਹੈ। ਸ਼੍ਰੀ ਅਰਬਿੰਦੋ ਭਾਰਤ ਦੇ ਉੱਜਲ ਭਵਿੱਖ ਦੇ ਸੁਪਨ ਦ੍ਰਿਸ਼ਟਾ ਸਨ। ਉਹ ਕਹਿੰਦੇ ਸੀ ਕਿ ਸਾਨੂੰ ਓਨਾ ਸਮਰੱਥਾਵਾਨ ਬਣਨਾ ਪਏਗਾ ਜਿੰਨਾ ਪਹਿਲਾਂ ਅਸੀਂ ਕਦੀ ਨਹੀਂ ਸੀ। ਸਾਨੂੰ ਆਪਣੀਆਂ ਆਦਤਾਂ ਬਦਲਣੀਆਂ ਹੋਣਗੀਆਂ। ਇੱਕ ਨਵੇਂ ਦਿਲ ਨਾਲ ਆਪਣੇ ਆਪ ਨੂੰ ਫਿਰ ਤੋਂ ਜਾਗਰਿਤ ਕਰਨਾ ਪਏਗਾ। ਸ਼੍ਰੀ ਅਰਬਿੰਦੋ ਦੀਆਂ ਇਹ ਗੱਲਾਂ ਸਾਨੂੰ ਆਪਣੇ ਫਰਜ਼ਾਂ ਦਾ ਧਿਆਨ ਦਿਵਾਉਂਦੀਆਂ ਨੇ। ਇੱਕ ਨਾਗਰਿਕ ਦੇ ਤੌਰ 'ਤੇ, ਇੱਕ ਸਮਾਜ ਦੇ ਤੌਰ 'ਤੇ ਅਸੀਂ ਦੇਸ਼ ਨੂੰ ਕੀ ਦੇ ਰਹੇ ਹਾਂ, ਇਹ ਵੀ ਸਾਨੂੰ ਸੋਚਣਾ ਪਏਗਾ। ਅਸੀਂ ਹੱਕਾਂ ਨੂੰ ਹਮੇਸ਼ਾ ਤਵੱਜੋ ਦਿੱਤੀ ਹੈ, ਉਸ ਸਮੇਂ 'ਚ ਉਸ ਦੀ ਜ਼ਰੂਰਤ ਵੀ ਰਹੀ ਹੈ, ਪਰ ਹੁਣ ਸਾਨੂੰ ਫਰਜ਼ਾਂ ਨੂੰ ਸਭ ਤੋਂ ਉੱਪਰ ਪਹਿਲ ਦੇਣੀ ਹੈ, ਸਭ ਤੋਂ ਉੱਪਰ ਰੱਖਣਾ ਹੈ। ਜਿਨ੍ਹਾਂ ਸੰਕਲਪਾਂ ਦਾ ਬੀੜਾ ਅੱਜ ਦੇਸ਼ ਨੇ ਚੁੱਕਿਆ, ਉਹਨਾਂ ਨੂੰ ਪੂਰਾ ਕਰਨ ਲਈ ਹਰ ਇੱਕ ਨੂੰ ਜੁੜਨਾ ਪਏਗਾ। ਹਰ ਦੇਸ਼ ਵਾਸੀ ਨੂੰ ਇਸ ਨੂੰ ਓਨ ਕਰਨਾ ਪਏਗਾ। ਦੇਸ਼ ਦੀ ਪਾਣੀ ਬਚਾਓ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਸਾਡਾ ਫਰਜ਼ ਹੈ ਪਾਣੀ ਬਚਾਉਣ ਨੂੰ ਆਪਣੀ ਆਦਤ ਨਾਲ ਜੋੜਨਾ। ਦੇਸ਼ ਜੇ ਡਿਜੀਟਲ ਲੈਣ ਦੇਣ 'ਤੇ ਜ਼ੋਰ ਦੇ ਰਿਹਾ ਤਾਂ ਸਾਡਾ ਫਰਜ਼ ਹੈ ਕਿ ਅਸੀਂ ਵੀ ਘੱਟ ਤੋਂ ਘੱਟ ਕੈਸ਼ ਵਾਲਾ ਟ੍ਰਾਂਜੈਕਸ਼ਨ ਕਰੀਏ। ਦੇਸ਼ ਨੇ ਲੋਕਲ ਫॉर ਵੋਕਲ ਦੀ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਸਾਡਾ ਫਰਜ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸਥਾਨਕ ਉਤਪਾਦਾਂ ਨੂੰ ਖਰੀਦੀਏ। ਦੇਸ਼ ਦੇ ਪਲਾਸਟਿਕ ਮੁਕਤ ਭਾਰਤ ਦੀ ਜੋ ਸਾਡੀ ਕਲਪਨਾ ਹੈ, ਸਾਡਾ ਫਰਜ਼ ਹੈ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਇਸਤੇਮਾਲ ਕਰਨਾ ਸਾਨੂੰ ਪੂਰੀ ਤਰ੍ਹਾਂ ਰੋਕਣਾ ਹੋਏਗਾ। ਇਹ ਸਾਡੇ ਹੀ ਫਰਜ਼ ਨੇ ਕਿ ਅਸੀਂ ਆਪਣੀਆਂ ਨਦੀਆਂ 'ਚ ਗੰਦਗੀ ਨਾ ਪਾਈਏ, ਆਪਣੇ ਸਮੁੰਦਰ ਦੇ ਕਿਨਾਰਿਆਂ ਨੂੰ ਸਾਫ਼ ਰੱਖੀਏ। ਸਾਨੂੰ ਸਵੱਛ ਭਾਰਤ ਮਿਸ਼ਨ ਨੂੰ ਵੀ ਇੱਕ ਹੋਰ ਨਵੇਂ ਮੁਕਾਮ ਉੱਤੇ ਪਹੁੰਚਾਉਣਾ। ਅੱਜ ਜਦੋਂ ਦੇਸ਼ ਆਜ਼ਾਦੀ ਦੇ 75 ਵਰ੍ਹਿਆਂ ਦੇ ਮੌਕੇ ਉੱਤੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ ਤਾਂ ਸਾਨੂੰ ਇਸ ਆਯੋਜਨ ਨਾਲ ਜੁੜਨਾ ਵੀ, ਉਸ 'ਚ ਵੱਧ ਚੜ੍ਹ ਕੇ ਹਿੱਸਾ ਲੈਣਾ, ਸੁਪਨਿਆਂ ਨੂੰ ਬਾਰ-ਬਾਰ ਜਗਾਉਂਦੇ ਰਹਿਣਾ, ਇਹ ਸਾਡਾ ਸਭ ਦਾ ਫਰਜ਼ ਹੈ। ਆਪਣੇ ਸੁਆਧੀਨਤਾ ਸੰਗਰਾਮ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਤੁਸੀਂ ਜੋ ਵੀ ਕਰੋਗੇ ਅੰਮ੍ਰਿਤ ਦੀ ਬੂੰਦ ਵਾਂਗ ਹੀ ਪਵਿੱਤਰ ਹੋਏਗਾ ਤੇ ਲੱਖਾਂ ਭਾਰਤੀਆਂ ਦੀਆਂ ਕੋਸ਼ਿਸ਼ਾਂ ਨਾਲ ਬਣਿਆ ਇਹ ਅੰਮ੍ਰਿਤ ਕੁੰਭ ਆਉਣ ਵਾਲੇ ਵਰ੍ਹਿਆਂ ਲਈ ਪ੍ਰੇਰਣਾ ਬਣ ਕੇ ਉਤਸ਼ਾਹ ਜਗਾਏਗਾ। ਮੇਰੇ ਪਿਆਰੇ ਦੇਸ਼ਵਾਸੀਓ,
मैं भविख दृष्टा नहीं हाँ, मैं कर्म दे फल उत्ते विश्वास करदा। मेरा विश्वास है मेरे देश दे युवावां ते, मेरा विश्वास है देश दीयां भैणां ते, देश दीयां बेटियां ते, देश दे किसानां ते, देश दे प्रोफैशनल्स ते। ये कैन डू जनरेशन है, कैन डू जनरेशन है। ये हर टारगेट अचीव कर सकती है। मैनू विश्वास है कि जदों 2047 आज़ादी का सुनहरा उत्सव, आज़ादी दे 100 साल होणगे, जो भी प्रधानमंत्री होएगा अज तो 25 साल बाद जो भी प्रधानमंत्री होणगे, वो जदों झंडा फहराउंदे होणगे तो मैं अज विश्वास नाल कहंदा वो अपने भाषण च जिन्हां सिद्धियां दा वर्णन करनगे, वो सिद्धियां उही होणगियां जो अज देश संकल्प कर रहा है, जो मेरा जित दा विश्वास है। अज मैं जो संकल्प की गल कर रहा, वो 25 साल तो बाद जो भी झंडा फहराउंदे होणगे, वो सिद्धि दे रूप च बोलणगे, देश सिद्धि दे रूप च उस दा गौरव गान करदा होएगा। जो अज देश दे युवा ने, वो उस समय भी वेखणगे कि देश ने किस तरह एक कमाल करके विखाया। 21वीं सदी च भारत दे सुपनिਆਂ ते उम्मीदां नूं पूरा करन तो कोई भी रुकावट हुण सानू रोक नहीं सकती। साडी ताकत साडी जीवटता है, साडी ताकत साडी एकजुटता है, साडी प्राण शक्ति राष्ट्र पहला, हमेशा पहला दी भावना है। ये समा सांझे सुपने वेखण दा, ये समा सांझा संकल्प करन दा, ये समा सांझियां कोशिशां करन दा, ते यही समा कि असी जित वल वध चलीए। ते इसलिए मैं फिर कहना, यही समा है, यही समा है, सही समा है। भारत दा अनमोल समा है, अनगिनत बाहां दी शक्ति है, अनगिनत बाहां दी शक्ति है, हर पासे देश दी भगती है। तुसी उठो, तिरंगा लहरा दिओ, भारत दे भाग नूं फहरा दिओ, भारत दे भाग नूं फहरा दिओ। यही समा है, सही समा है, भारत दा अनमोल समा है। कुछ ऐसा नहीं जो कर ना सको, कुछ ऐसा नहीं जो पा ना सको। तां मुड़ जाओ, तुसी जुट जाओ, ताकत नूं अपनी पछाणो, फर्ज नूं अपने सब जाणो। यही समा है, सही समा है, भारत दा अनमोल समा है। जदों देश आज़ादी दे 100 साल पूरा करेगा तां देशवासियों के टीचे असल च बदलन, मेरी यही कामना है। इन्हां शुभकामनावां दे नाल ही सारे देशवासियों नूं 75वें आज़ादी दिहाड़े दी मैं फिर एक बार वधाई देंदा ते मेरे नाल हथ उपर करके बोलांगे, जय हिंद, जय हिंद, जय हिंद, वंदे मातरम, वंदे मातरम। भारत माता की जय, भारत माता की जय, भारत माता की जय। बहुत बहुत धन्यवाद, 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 धन्यवाद।